ਇਹ ਅੱਜ ਦਾ ਸ਼ਬਦ ਬਹੁਤ ਪਿਆਰਾ। ਮਹਾਰਾਜ ਕਿਰਪਾ ਕਰਨ ਸਾਨੂੰ ਇਹਦੀ ਤਹਿ ਸਮਝ ਆ ਜਾਏ, ਜਾਣ ਲਈਏ ਕਿ ਕੀ ਕਹਿਣਾ ਚਾਹੁੰਦੇ ਹੈ, ਕੀ ਇਸ਼ਾਰਾ ਕਰਦੇ ਹੈ, ਔਰ ਅਸੀਂ ਇਹਨੂੰ ਮਨ 'ਚ ਬਿਠਾ ਸਕੀਏ। ਮਨ ਵਿੱਚ ਉੱਥੇ ਬਿਠਾਈਏ ਜਿੱਥੇ ਗੁਰੂ ਸਾਹਿਬ ਕਹਿ ਰਹੇ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼। ਬਾਅਦ ਦਫਾ ਅਸੀਂ ਲੋਕੀ ਇਹ ਪ੍ਰਸ਼ਨ ਪੁੱਛਦੇ ਹੈ ਕਿ ਵੇਅਰ ਇਜ਼ ਗੋਡ, ਇਹ ਸਮਝ ਲਈਏ ਕਿ ਉਹ ਪੁੱਛਦੇ ਹੈ ਕਿ ਕੀ ਗੋਡ ਹੈ, ਕੀ ਰੱਬ ਹੈ। ਤਾਂ ਮਹਾਰਾਜ ਇਹਦੇ ਵਿੱਚ ਵਿਚਾਰ ਇਹ ਹੈ ਕਿ ਇਹੋ ਜਿਹੇ ਪ੍ਰਸ਼ਨ ਦਾ ਹੀ ਬੁਨਿਆਦ ਕਿੱਥੋਂ ਹੈ। ਅਗਰ ਇਹ ਜੈਨੂਇਨ ਕੁਐਸਚਨ ਹੈ ਤਾਂ ਇਹਦੇ 'ਚ ਇੱਕ ਸੀਕਿੰਗ ਹੈ। ਕਿਸ ਚੀਜ਼ ਦੀ ਸੀਕਿੰਗ ਹੈ? ਜਾਂ ਤਾਂ ਇੱਕ ਇਨਕੰਪਲੀਟਨੈਸ ਹੈ ਜਿਹੜੀ ਮੈਨੂੰ ਮਹਿਸੂਸ ਹੋ ਰਹੀ ਹੈ, ਜਾਂ ਤੇ ਇੱਕ ਅੰਦਰ ਪਰੇਸ਼ਾਨੀ ਹੈ ਜਿਹਦਾ ਮੈਂ ਹੱਲ ਲੱਭਣਾ ਚਾਹ ਰਿਹਾ, ਮੈਨੂੰ ਨਹੀਂ ਲੱਭ ਪਾ ਰਿਹਾ, ਜਾਂ ਮੈਂ ਟਰੈਪ ਮਹਿਸੂਸ ਕਰ ਰਿਹਾ, ਫਸ ਗਿਆ, ਉਲਝਣ 'ਚ ਕਨਫਿਊਜ਼ ਹੋ ਗਿਆ, ਜਾਂ ਮੈਂ ਜੋ ਮੇਰੇ ਆਲੇ ਦੁਆਲੇ ਹੈ ਉਹਦੇ ਕਰਕੇ ਉਦਾਸ ਹਾਂ, ਮੈਨੂੰ ਉਹਦੇ 'ਚ ਕੁਝ ਖੁਸ਼ੀ ਨਹੀਂ ਲੱਭ ਰਹੀ। ਉਹ ਵੀ ਇਨਕੰਪਲੀਟਨੈਸ ਦਾ ਹੀ ਇੱਕ ਹੋਰ ਰੂਪ ਹੈ। ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਕੁਝ ਇਮੀਡੀਏਟ ਦੁੱਖ ਵਿੱਚ ਫਸ ਗਿਆ ਜਿਹਦੇ ਕਰਕੇ ਮੈਂ ਟਰੈਪਡ ਫੀਲ ਕਰਦਾ, ਤੇ ਮੈਂ ਲੱਭਦਾ ਵਾਂ ਕੋਈ ਹੋਰ ਹੈ ਇੱਥੇ, ਰੱਬ ਐਕਚੁਅਲੀ ਹੈ ਇੱਥੇ। ਜਾਂ ਮੈਂ ਕੋਈ ਵਸਤੂ ਚਾਹ ਰਿਹਾ ਜਿਹੜੀ ਮੈਨੂੰ ਨਹੀਂ ਮਿਲ ਰਹੀ, ਮੈਂ ਕਹਿੰਦਾ ਰੱਬ ਹੈ ਤੇ ਉਹ ਮੈਨੂੰ ਮੰਗਦਾ ਤੇ ਦਿੰਦਾ ਕਿਉਂ ਨਹੀਂ। ਬੁਨਿਆਦੀ ਤੌਰ ਤੇ ਫੰਡਾਮੈਂਟਲੀ ਅਗਰ ਵਿਚਾਰੀਏ ਤੇ ਸਾਡੇ ਮਨ ਦੀ ਬੇਚੈਨੀਆਂ ਕਰਕੇ ਅਸੀਂ ਰੱਬ ਦਾ ਪ੍ਰਸ਼ਨ ਉਠਾਉਂਦੇ ਹਾਂ। ਅਗਰ ਕਿਸੇ ਬੱਚੇ ਨੂੰ ਜਨਮ ਤੋਂ ਰੱਬ ਬਾਰੇ, ਗੋਡ ਬਾਰੇ ਨਾ ਦੱਸਿਆ ਜਾਏ ਔਰ ਉਸਨੂੰ ਸਭ ਕੁਝ ਮਿਲ ਜਾਏ ਤਾਂ ਸ਼ਾਇਦ ਉਹ ਪ੍ਰਸ਼ਨ ਹੈ ਉਠਾਏ ਨਾ। ਮੈਨੂੰ ਯਾਦ ਆਉਂਦੀ ਹੈ ਗੌਤਮ ਬੁੱਧ ਦੀ ਜੀਵਨ ਕਥਾ। ਜਦੋਂ ਉਹਦੇ ਪਿਤਾ ਨੇ ਗੌਤਮ ਬੁੱਧ ਨੂੰ ਸਭ ਕੁਝ ਜੋ ਉਹਦੇ ਸੁੱਖਾਂ ਦੀ ਲੋੜ ਸੀ ਸਭ ਪ੍ਰੋਵਾਈਡ ਕੀਤਾ ਔਰ ਦੁੱਖ ਉਹਦੇ ਦਰਸ਼ਨ ਨਹੀਂ ਕਰਨ ਦਿੱਤੇ, ਕਿਲੇ ਦੇ ਅੰਦਰ ਹੀ ਹੋ ਰਿਹਾ। ਦਰਅਸਲ ਇਹ ਲੱਗਦਾ ਹੈ ਕਿ ਉਹਨਾਂ ਦੇ ਫਾਦਰ ਦੀ ਸਾਈਕੋਲੋਜੀਕਲ ਨੌਲੇਜ ਘੱਟ ਸੀ, ਕਿਉਂਕਿ ਇਹ ਤਿਆਰੀ ਹੋ ਗਈ। ਹੁਣ ਜਦੋਂ ਇੱਕ ਵਾਰੀ ਵੀ ਬਾਹਰ ਨਿਕਲਿਆ ਔਰ ਉਸਨੇ ਦੁੱਖ ਦੇਖ ਲਿਆ ਤਾਂ ਉਸਨੂੰ ਗੌਤਮ ਬੁੱਧ ਜੀ ਨੂੰ ਉਹ ਦੁੱਖ ਹੁਣ ਪ੍ਰਗਟ ਰੂਪ ਵਿੱਚ ਬਿਲਕੁਲ ਸਟਾਰਕ ਦਿਖ ਗਿਆ। ਕੰਪੈਰੀਜ਼ਨ ਵਾਸ ਐਬਸੋਲੂਟਲੀ ਕਲੀਅਰ, ਬਿਕੋਜ਼ ਕਦੇ ਦੁੱਖ ਦੇ ਦਰਸ਼ਨ ਨਹੀਂ ਸੀ ਹੋਏ, ਯੂਜ਼ ਟੂ ਨਹੀਂ ਸੀ। ਤਾਂ ਕੀ ਤਿੰਨ ਚੀਜ਼ਾਂ ਉਹ ਕਹਿੰਦੇ ਦੇਖੀਆਂ, ਬੁਢਾਪਾ ਦੇਖਿਆ, ਰੋਗ ਦੇਖਿਆ, ਮੌਤ ਦਿਖੀ। ਤਾਂ ਉਹ ਸਟੋਰੀ ਇਹ ਕਹਿੰਦੀ ਹੈ ਕਿ ਬੁੱਧ ਨੂੰ ਜਦੋਂ ਇਹ ਦਰਸ਼ਨ ਹੋਏ ਤੇ ਉਹਨੂੰ ਜੀਵਨ ਪਲਟ ਗਿਆ, ਸਾਰਾ ਜੀਵਨ ਇੱਕ ਪ੍ਰਸ਼ਨ ਬਣ ਗਿਆ ਕਿ ਅਗਰ ਸਮੇਂ ਦੇ ਨਿਕਲਣ ਨਾਲ ਇਹ ਹਾਲ ਮੇਰਾ ਹੋਣ ਵਾਲਾ ਹੈ ਤਾਂ ਫਿਰ ਜਿੱਥੇ ਮੈਂ ਖੜਾ ਹਾਂ ਉਹ ਦੁੱਖ ਹੀ ਵੱਲ ਹੀ ਜਾ ਰਿਹਾ। ਸਾਨੂੰ ਸਾਰਿਆਂ ਨੂੰ ਅੰਤਰ ਮਨ ਵਿੱਚ ਜੀਵਨ ਬਾਰੇ ਇਹੀ ਪ੍ਰਸ਼ਨ ਉੱਠਦੇ ਹੈ, ਅਲੱਗ-ਅਲੱਗ ਰੂਪ ਵਿੱਚ, ਅਲੱਗ-ਅਲੱਗ ਰਿਲੇਸ਼ਨਸ਼ਿਪਸ ਵਿੱਚ, ਅਲੱਗ-ਅਲੱਗ ਸਿਚੁਏਸ਼ਨਸ ਵਿੱਚ, ਅਲੱਗ-ਅਲੱਗ ਵਰਕ ਪਲੇਸਿਸ ਵਿੱਚ, ਅਲੱਗ-ਅਲੱਗ ਸਟਰਗਲਸ ਵਿੱਚ। ਪ੍ਰਸ਼ਨ ਬੁਨਿਆਦੀ ਤੌਰ ਤੇ ਇਹੀ ਉੱਠਦਾ ਹੈ ਕਿ ਕੱਲ ਮੇਰਾ ਸੁੱਖ ਚਲਾ ਜਾਏਗਾ, ਕਿ ਮੇਰਾ ਸੁੱਖ ਨਾ ਚਲਾ ਜਾਏ, ਕਿ ਮੇਰੇ ਕੋਲ ਸੁੱਖ ਰਹੇ। ਇੱਕ ਵਾਰ ਜੂਡੋ ਕ੍ਰਿਸ਼ਨਾ ਮੂਰਤੀ ਨੂੰ ਮੈਂ ਸੁਣਨ ਗਿਆ ਅਡਿਆਰ, ਛੋਟੀ ਉਮਰ ਸੀ ਉਦੋਂ, ਇੱਕ ਪੇੜ ਦੇ ਥੱਲੇ ਬੈਠ ਕੇ ਸ਼ਾਮ ਨੂੰ ਵਿਚਾਰ ਕਰਦਾ ਸੀ ਤਾਂ ਉਹਨੇ ਇੱਕ ਬੜੀ ਤੀਰ ਵਾਂਗ ਗਹਿਨ ਗੱਲ ਉਸ ਵੇਲੇ ਕੀਤੀ ਕਿ, ਔਰ ਉਹ ਗੱਲ ਹੈ ਵੀ ਸੱਚ, that we are all looking for happiness and we want permanent happiness। ਤੇ ਜਿਹਦੇ ਕੋਲ ਸੁੱਖ ਹੈ ਉਹਦਾ ਇਹ ਡਰ ਹੈ ਕਿ ਕੀ ਇਹ ਸੁੱਖ ਹੁਣ ਦੁੱਖ ਵਿੱਚ ਨਾ ਪਲਟ ਜਾਏ, ਔਰ ਜਿਹਦੇ ਕੋਲ ਸੁੱਖ ਨਹੀਂ ਹੈ ਉਹਦਾ ਇਹ ਡਰ ਹੈ ਕਿ ਸੁੱਖ ਮੇਰੇ ਕੋਲ ਕਦੇ ਕੀ ਪਤਾ ਨਾ ਆਏ। ਸਾਰਿਆਂ ਨੂੰ ਨਾਲ ਮਿਲਾ ਲੈਂਦੀ ਹੈ, ਰਾਤ ਤੱਕ ਹਨੇਰੇ ਹੁੰਦੇ ਹੁੰਦੇ ਲੱਭਦੀ ਰਹਿੰਦੀ ਹੈ। ਜਦੋਂ ਸਾਰੇ ਪੁੱਛਦੇ ਆ ਵੀ ਅਸਲੀ ਕਿੱਥੇ ਗਿਰੀ ਸੀ ਸੂਈ ਤੇਰੀ, ਤੇ ਉਹ ਕਹਿੰਦੀ ਘਰ ਦੇ ਅੰਦਰ ਗਿਰੀ ਸੀ। ਤੇ ਉਹ ਹੱਸਣ ਲੱਗ ਪੈਂਦੇ ਉਸ ਤੇ ਕਿ ਜਦ ਘਰ ਦੇ ਅੰਦਰ ਗਿਰੀ ਸੀ ਤਾਂ ਤੂੰ ਸਾਨੂੰ ਸਵੇਰ ਦਾ ਬਾਹਰ ਕਿਉਂ ਢੂੰਡ ਰਹੀ ਹੈ। ਤਾਂ ਉਹ ਫਿਰ ਇੱਕ ਗੱਲ ਕਹਿੰਦੀ ਹੈ ਬੜੀ ਕਿ ਉਹ ਤਾਂ ਠੀਕ ਹੈ ਤੁਸੀਂ ਮੇਰੇ ਤੇ ਹੱਸ ਰਹੇ ਹੋ, ਪਰ ਜੀਵਨ ਵਿੱਚ ਅਸੀਂ ਇਹੀ ਨਹੀਂ ਕਰਦੇ ਆ, ਸੁੱਖ ਲੱਭਦੇ ਆ, ਬਾਹਰ ਹੀ ਲੱਭਦੇ ਰਹਿੰਦੇ ਆ, ਜਿੱਥੇ ਅੰਦਰ ਹੈ ਉੱਥੇ ਨਹੀਂ ਜਾਂਦੇ। ਇਹ ਸ਼ਬਦ ਸਾਰਾ ਇਸੇ ਗੱਲ ਦਾ ਇਸ਼ਾਰਾ ਹੈ। ਬਲਕਿ ਇਹਦੇ ਵਿੱਚ ਅਗਰ ਕੋਈ ਮੇਰੇ ਅਰਥਾਂ ਦੇ ਅਨੁਸਾਰ ਚੱਲੇ ਤਾਂ ਇਹਦੇ ਵਿੱਚ ਸਾਰਾ ਭੇਦ ਖੋਲਿਆ ਹੋਇਆ, ਜੋ ਅਗਰ ਅਸੀਂ ਗੋਡ ਰਿਅਲਾਈਜੇਸ਼ਨ ਕਹਿ ਲਈਏ ਜਾਂ ਅਸੀਂ ਕਹਿ ਲਈਏ ਕਿ ਅਧਿਆਤਮ ਦਾ ਸਿਖਰ ਕਹਿ ਲਈਏ, ਉਹ ਇਹਦੇ ਚ ਦਰਜ ਹੈ। ਭਗਤ ਕਬੀਰ ਜੀ ਸਿੱਧੀ ਗੱਲ ਕਰਦੇ ਹੈ। ਤਾਂ ਇਹੀ ਗੱਲ ਬਿਲਕੁਲ ਰਹਾਉ ਦੀ ਤੁਕ ਵਿੱਚ ਆਦੇਸ਼ ਕਰਦੇ ਹੈ ਭਗਤ ਕਬੀਰ, ਗੁਰੂ ਗ੍ਰੰਥ ਸਾਹਿਬ ਜੀ ਆਦੇਸ਼ ਕਰਦੇ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਪ੍ਰਸ਼ਨ ਇਹ ਪੁੱਛਣ ਵਾਲਾ ਹੈ, ਮੈਂ ਪਰੇਸ਼ਾਨ ਹਾਂ, ਮੈਂ ਕੀ ਕਰਾਂ, ਰੱਬ ਹੈ ਕਿ ਨਹੀਂ,
ਇਹ ਇੱਕ ਸਮਝ ਲਈਏ ਕਿ ਅਨਰੀਅਲ ਕੁਐਸਚਨ ਹੈ, ਬਟ ਮਾਸਕ ਕੁਐਸਚਨ ਹੈ। ਇਹਦੇ ਅੰਦਰ ਭੇਦ ਛਿਪਿਆ ਹੋਇਆ ਜੋ ਇਹਨੂੰ ਪੁੱਛਦਾ ਹੈ ਕਿ ਅਸਲੀਅਤ ਕੀ ਹੈ। ਕਿਉਂਕਿ ਰੱਬ ਇੱਕ ਟੈਂਜੀਬਲ ਚੀਜ਼ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਰੱਬ ਨਹੀਂ ਮਿਲੇਗਾ ਤੇ ਸਵੇਰੇ ਤੁਹਾਨੂੰ ਰੋਟੀ ਨਹੀਂ ਮਿਲਣੀ, ਕਿ ਸਵਾਸ ਨਹੀਂ ਆਣੇ, ਕਿ ਨੀਂਦਰ ਨਹੀਂ ਆਣੀ। ਤਾਂ ਇਹ ਪ੍ਰਸ਼ਨ ਦਾ ਕਾਰਨ ਕੁਝ ਹੋਰ ਹੁੰਦਾ ਹੈ। ਜਿਵੇਂ ਕਹਿੰਦੇ ਕਿ ਸਿੰਪਟਮਸ ਆਫ ਦ ਡਿਜ਼ੀਜ਼ ਕੁਝ ਹੋਰ ਹੈ, ਮਨ ਦੇ ਅੰਦਰ ਪਰੇਸ਼ਾਨੀ ਹੈ। ਸਾਨੂੰ ਸਾਰਿਆਂ ਨੂੰ ਹੈ, ਮੈਂ ਆਪਣੀ ਵੀ ਗੱਲ ਕਰਦਾ। ਔਰ ਜੀਵਨ ਦੇ ਵਿੱਚ ਜਿਸ ਤਰ੍ਹਾਂ ਉਹ ਦਿਨ ਭਾਈ ਸਾਹਿਬ ਵੀ ਕਹਿ ਰਹੇ ਸਨ, ਗ੍ਰਸਤ ਤੇ ਸਿੱਖ ਦਾ ਤੇ ਜੀਵਨ ਹੀ ਗ੍ਰਸਤ ਵਿੱਚ ਆਨੰਦ ਦਾ ਹੈ। ਗੁਰੂ ਨਾਨਕ ਸਾਹਿਬ ਆਪ ਹੀ ਗ੍ਰਸਤ ਰਹੇ ਸਾਰੇ ਦਿਨ, ਔਰ ਰਿਸਪੌਂਸਿਬਿਲਿਟੀਜ਼ ਵੀ ਨਾਲ ਨਾਲ ਸੰਭਾਲੀਆਂ। ਔਰ ਦੇਖੋ ਮਹਾਰਾਜ ਦੀ ਖੇਡ ਹੈ, ਅਖੀਰਲੇ ਸਮੇਂ ਸਾਰੇ ਸਾਲ, ਕਈ ਸਾਲ, 18 ਸਾਲ ਸ਼ਾਇਦ ਖੇਤੀ ਕੀਤੀ ਉਹਨਾਂ ਨੇ, ਸਿੰਪਲ ਲਿਵਿੰਗ। ਹੋ ਸਕਦਾ ਉਹਨਾਂ ਨੂੰ ਉਹਦੇ ਵਿੱਚ ਇੱਕ ਮੈਸੇਜ ਵੀ ਦਿੱਤਾ। ਇੱਕ ਪਾਕਿਸਤਾਨ ਦੇ ਵਿੱਚ ਇੱਕ ਵੈਲੀ ਹੈ, ਹਮਜ਼ਾ ਵੈਲੀ ਕਹਿੰਦੇ ਉਹਨੂੰ, ਹਮਜ਼ਾ ਵੈਲੀ। ਉਹਨੂੰ ਸ਼ੰਗਰੀਲਾ ਗਿਣਿਆ ਜਾਂਦਾ ਹੈ। ਸ਼ੰਗਰੀਲਾ ਇੱਕ ਕਨਸੈਪਟ ਹੈ ਜਿੱਥੇ ਕੋਈ ਮਰਦਾ ਨਹੀਂ। ਉਹ ਅੰਗਰੇਜ਼ੀ ਰਾਈਟਰ ਉੱਥੇ ਗਿਆ, ਉਹਨੇ ਉਹਦੇ ਬਾਰੇ ਜੋ ਸ਼ੰਗਰੀਲਾ ਤੋਂ ਇੰਸਪੀਰੇਸ਼ਨ ਉੱਥੋਂ ਲਈ। ਉੱਥੇ ਜੀ ਗੱਲ, ਹਮਜ਼ਾ ਵੈਲੀ ਵਿੱਚ ਐਵਰੇਜ ਏਜ 120-125 ਸਾਲ ਹੈ। ਤੇ ਉਹਨੂੰ ਜਦੋਂ ਸਟੱਡੀ ਕੀਤਾ ਉਹਨਾਂ ਨੇ ਤੇ ਸਮਝਿਆ ਵੀ ਕੋਈ ਕੈਮੀਕਲ ਨਹੀਂ ਹੈ ਇੱਥੇ, ਕੋਈ ਫਰਟੀਲਾਈਜ਼ਰ ਨਹੀਂ ਹੈ, ਕੋਈ ਪੋਲਿਊਸ਼ਨ ਨਹੀਂ ਹੈ। ਕਈ ਗੱਲਾਂ ਚੋਂ ਇੱਕ ਗੱਲ ਉਹਨਾਂ ਨੇ ਇਹ ਕੱਢੀ ਕਿ ਰੋਜ਼ ਨਿਤ ਇੱਥੇ ਖੇਤੀ ਕਰਦੇ ਆ, ਰੋਜ਼ ਖੇਤੀ ਕਰਦੇ ਆ, ਰੋਜ਼ ਐਕਸਰਸਾਈਜ਼ ਕਰਦੇ ਆ। ਵਨ ਆਫ ਦੀ ਪਾਣੀ ਵੀ ਅੱਛਾ ਹੋਏਗਾ, ਖਾਣਾ ਵੀ ਅੱਛਾ ਹੋਏਗਾ, ਬਟ ਵਨ ਆਫ ਦਾ ਫੈਕਟਰਸ। ਤਾਂ ਇੱਥੇ ਸਾਨੂੰ ਪਰੇਸ਼ਾਨੀ ਦੀ ਗੱਲ ਕਰਕੇ, ਔਰ ਇਹ ਬੜਾ, ਅਗਰ ਕੋਈ ਕਿਸੇ ਨੂੰ ਇਹ ਭੇਦ ਸਮਝ ਆ ਜਾਏ, ਸਮਝ ਲਓ ਕਿ ਜੀਵਨ ਦੀ ਕੁੰਜੀ ਖੋਲ ਲਈ, ਜੀਵਨ ਦਾ ਉਹ ਹਿਡਨ ਫੈਕਟ ਖੋਲ ਲਿਆ। ਔਰ ਇਹ ਇੱਕ ਸ਼ਬਦ ਹੀ ਜੀਵਨ ਨੂੰ ਪਲਟ ਸਕਦਾ ਹੈ। ਵੈਸੇ ਤੇ ਗੁਰੂ ਸਾਹਿਬ ਦੀ ਕੋਈ ਗੱਲ ਪੱਲੇ ਬੰਨ ਲਈਏ, ਉਹਦੇ ਚ ਪੋਟੈਂਸ਼ੀਅਲ ਹੈ ਜੀਵਨ ਨੂੰ ਪਲਟਣ ਦਾ। ਅਸੀਂ ਉਹ ਦਿਨ ਬਾਬਾ ਬਿਧੀ ਚੰਦ ਦੀ ਗੱਲ ਕੀਤੀ ਸੀ, ਇੱਕੋ ਐਕਸਚੇਂਜ ਵਿੱਚ ਬੰਦੇ ਦਾ ਜੀਵਨ ਬਦਲ ਗਿਆ। ਇਸ ਤਰ੍ਹਾਂ ਇੱਕ ਹੋਰ ਸਿੱਖ ਹੈ ਬੜੇ ਗਹਿਨ, ਗੁਰੂ ਅਰਜਨ ਸਾਹਿਬ ਦੇ ਨਾਲ ਪ੍ਰੇਮ ਦੀ ਕਥਾ ਬੜੀਆਂ ਚੱਲੀਆਂ ਸਿੱਖਾਂ ਦੀਆਂ, ਬੜੀ ਪ੍ਰੇਮ ਦੀ ਗਹਿਨ। ਇੱਕ ਭਾਈ ਮੰਝ ਦੀ ਕਥਾ ਹੈ। ਭਾਈ ਮੰਝ ਗੁਰੂ ਕਾ ਬੋਏ ਥਾ। ਗੁਰੂ ਅਰਜਨ ਨੇ ਕਿਹਾ ਮੇਰਾ ਬੋਏ ਥਾ ਹੈ, ਇਹ ਸ਼ਿਪ ਹੈ, ਇਹਨੇ ਦੂਸਰੇ ਆਉਣ ਵਾਲੇ ਸਿੱਖਾਂ ਦੇ ਦੁੱਖ ਘਟਾ ਦਿੱਤੇ। ਭਾਈ ਮੰਝ ਵੀ ਬੜੇ ਅੱਛੇ ਘਰੋਂ, ਬਹੁਤ ਕਮਾਈ ਵਾਲੇ ਘਰੋਂ, ਸਖੀ ਸਰਵਰ ਇੱਕ ਪੀਰ ਦੀ ਸਮਾਧ ਦੇ ਉੱਤੇ ਉਹ ਸੇਵਾ ਕਰਦੇ ਸਨ। ਉਹਨਾਂ ਦਾ ਪਰਿਵਾਰਕ ਸੀਗਾ, ਪੈਸੇ ਕਰਕੇ ਮਾਲਦਾਰ ਸਨ। ਬਟ ਕਿਤੇ ਇੱਕ ਦਿਨ ਦਰਸ਼ਨ ਹੋ ਗਏ, ਇੱਕੋ ਵਾਰੀ ਹੋ ਗਏ, ਜੀਵਨ ਪਲਟ ਗਿਆ। ਬੜਾ ਵੱਡਾ ਟੈਸਟ ਹੋਇਆ, ਬੜੀ ਲੰਬੀ ਕਹਾਣੀ ਹੈ ਔਰ ਬਹੁਤ ਅਚਰਜ ਕਹਾਣੀ ਹੈ, ਬਣ ਜੀਵਨ ਪਲਟ ਗਿਆ। ਜਦੋਂ ਅਸੀਂ ਕੋਈ ਚੀਜ਼ ਬਹੁਤ ਗਹਿਨ ਰੂਪ ਵਿੱਚ ਮੰਗੀਏ ਨਾ ਸ੍ਰਿਸ਼ਟੀ ਤੋਂ, ਜਿਹੜੀ ਇੱਥੇ ਕਰਾਰੀ ਸ਼ਬਦ ਵਰਤਿਆ ਭਗਤ ਕਬੀਰ ਜੀ ਨੇ ਵਰਤਿਆ ਹੈ, ਕਰਾਰੀ ਸ਼ਬਦ, ਦ੍ਰਿੜ ਕਰਕੇ, ਐਨਰਜੀ ਕਰਕੇ, ਪੂਰੀ ਪੈਸ਼ਨ ਕਰਕੇ ਅਸੀਂ ਅਗਰ ਕੋਈ ਚੀਜ਼ ਸ੍ਰਿਸ਼ਟੀ ਤੋਂ ਮੰਗਾਂਗੇ, ਮਾਰਗ ਤੇ ਉਹ ਵੀ ਔਖੜਾ ਹੈ, ਪਰ ਜਦੋਂ ਜਵਾਬ ਕਿਸੇ ਰੂਪ ਵਿੱਚ ਸਾਹਮਣੇ ਆਏਗਾ, ਉਸੇ ਮਿੰਟ ਉਹ ਟਿਕ ਜਾਏਗਾ। ਕਿਉਂਕਿ ਜਿਸ ਤਰ੍ਹਾਂ ਪ੍ਰਸ਼ਨ ਜਵਾਬ ਲੱਭਦਾ ਹੈ, ਇਸ ਤਰ੍ਹਾਂ ਜਵਾਬ ਵੀ ਪ੍ਰਸ਼ਨ ਨੂੰ ਲੱਭ ਰਿਹਾ ਹੈ। ਨਿਰੰਕਾਰ ਵੀ ਆਪਣੇ ਭਗਤਾਂ ਨੂੰ ਲੱਭ ਰਿਹਾ ਹੈ। ਭਾਉ ਭਗਤ ਕਾ ਭੁੱਖ, ਉਹ ਵੀ ਉਡੀਕ ਰਿਹਾ ਕਿ ਕੌਣ ਅਸਲ ਵਿੱਚ ਪੁੱਛੇਗਾ। ਧੋਖਾ ਨਹੀਂ, ਧੋਖਾ ਕਿਹਦੇ ਨਾਲ ਕਰਦਾ ਹੈ? ਅਸੀਂ ਧੋਖਾ ਆਪਣੇ ਆਪ ਹੀ ਨਾਲ ਕਰਦੇ ਹਾਂ। ਮੇਰੇ ਵਰਗੇ ਜਿਨ੍ਹਾਂ ਨੂੰ ਨਾ ਗਿਆਨ ਹੋਇਆ, ਨਾ ਸਮਝ ਆਈ, ਗੱਲਾਂ 'ਚ ਹੀ ਰੋੜਤਾ ਜੀਵਨ, ਸਵਾਸ ਜਿਹਨੂੰ ਅਰਧ ਨਾ ਸੀ, ਉਹਨੂੰ ਛੱਡ ਕੇ ਹੋਰ ਪਾਸੇ ਲੱਗ ਗਏ। ਤਾਂ ਭਗਤ ਕਬੀਰ ਸਾਨੂੰ ਇਹ ਆਦੇਸ਼ ਕਰਦੇ ਆ, ਬੰਦੇ ਖੋਜ ਦਿਲ ਹਰ ਰੋਜ਼। ਦੇਖੋ ਗੱਲ ਕੀ ਹੈ, ਉਹ ਕੁਝ ਨਹੀਂ ਕਹਿ ਰਹੇ ਕਿਧਰੇ ਜਾਣਾ ਹੈ, ਕਿਧਰੇ ਕੋਈ ਤੀਰਥ ਤੇ ਜਾਣਾ ਹੈ। ਉਹ ਇਹ ਨਹੀਂ ਕਹਿ ਰਹੇ ਕਿ ਇਹ ਜਿਹੜੀ ਸੰਭਾਵੀ ਮੁਦਰਾ ਕਰਦੇ, ਉਂਗਲੀਆਂ ਨੂੰ ਇਸ ਤਰ੍ਹਾਂ ਪਕੜ ਲੈ, ਪੁੱਠਾ ਟੰਗ ਜਾ, ਸਿੱਧਾ ਟੰਗ ਜਾ। ਇਹ ਯੋਗੀ ਔਰ ਸਾਡੇ ਮਤ ਵਿੱਚ ਕੀ ਫਰਕ ਹੈ? ਮੈਂ ਆਪ ਨੂੰ ਥੋੜਾ ਇਸ ਪਾਸੇ ਵੀ ਇਹਦੀ ਗੱਲ ਕਰਨਾ ਚਾਹੁੰਦਾ, ਕਿਉਂਕਿ ਇਹ ਚੀਜ਼ਾਂ ਸਾਨੂੰ ਮਿਸਗਾਈਡ ਕਰ ਦਿੰਦੀਆਂ। ਯੋਗੀ ਕਹਿੰਦਾ ਮੈਂ ਕੁਝ ਵਿਧੀ ਵਰਤ ਲਵਾਂਗਾ, ਕੁਝ ਟੈਕਨੀਕ ਬੈਠਣ ਦੀ, ਉੱਠਣ ਦੀ, ਸਵਾਸ ਲੈਣ ਦੀ, ਉਹਦੇ ਨਾਲ ਮੈਨੂੰ ਗਿਆਨ ਹੋ ਜਾਏਗਾ, ਉਹਦੇ ਨਾਲ ਮੈਂ ਰੱਬ ਨੂੰ ਜਾਣ ਲਵਾਂਗਾ। ਗੁਰੂ ਨਾਨਕ ਦੇ ਘਰ ਦੀ ਇੱਕ ਬੜੀ ਫੰਡਾਮੈਂਟਲ ਥਿਉਰੀ ਹੈ ਕਿ ਜੋ ਹੈ ਉਹ ਮੇਰੇ ਕੋਲ ਸੱਚ ਤਾਂ ਮੇਰੇ ਨਾਲ ਹੀ ਹੈ। ਕੇਵਲ ਮਨ ਨੂੰ ਸ਼ੁੱਧ ਕਰਨ ਦੀ ਲੋੜ ਹੈ, ਇਹਨੂੰ ਸਫਾ ਕਰਨ ਦੀ ਲੋੜ ਹੈ। ਸ਼ੀਸ਼ੇ ਨੂੰ ਇਹ ਦਿਖ ਜਾਏਗਾ ਕੀ ਹੈ, ਇਹ ਮਿਲ ਜਾਏਗਾ ਸਾਨੂੰ। ਔਰ ਇਹ ਪੋਟੈਂਸ਼ੀਅਲ ਜਿਹੜਾ ਸਾਡਾ ਸਾਰਿਆਂ 'ਚ ਹੈ, ਜਿਵੇਂ ਮੇਰੇ 'ਚ ਹੈ, ਮੈਂ ਆਪ 'ਚ ਹੈ, ਇਵੇਂ ਕਿਸੇ ਤੀਜੇ 'ਚ ਹੈ, ਮੈਂ ਚੌਥੇ 'ਚ ਹੈ। ਇਹਨੂੰ ਗਵਾ ਕੇ ਵੀ ਰਹੇ ਹਾਂ ਇਸ ਫੇਥ ਨਾਲ। ਉਸ ਦਿਨ ਅਸੀਂ ਇਹ ਗੱਲ ਵਿਚਾਰੀ ਸੀ, ਬਾਅਦ ਦਫਾ ਇਹ ਥਾਟ ਅਸੀਂ ਕਰਦੇ ਹਾਂ ਕਿ ਮੇਰੇ ਲਈ ਤੇ ਇਹ ਨਹੀਂ ਹੈ,
ਆਪ ਹੀ ਅਸੀਂ ਆਪਣੇ ਪੋਟੈਂਸ਼ੀਅਲ ਨੂੰ ਡਾਊਨ ਕਰ। ਔਰ ਇਸ ਤੋਂ ਜ਼ਿਆਦਾ ਧੋਖਾ ਦੁਨੀਆ ਵਿੱਚ ਕੋਈ ਨਹੀਂ ਹੈ, ਜਦੋਂ ਆਪਣਾ ਮਨ ਹੀ ਆਪਣੇ ਸੱਤ ਤੋਂ ਆਪ ਹੀ ਉਚਾਟ ਹੋ ਜੇ ਔਰ ਫਿਰ ਭਟਕਦਾ ਰਹੇ, ਫਿਰ ਜਗ੍ਹਾ ਜਗ੍ਹਾ ਫਿਰੇ, ਉਸੇ ਸੁੱਖ ਨੂੰ ਲੱਭਣ ਲਈ ਕਈ ਤਰ੍ਹਾਂ ਦੇ ਪੈਂਤੜੇ ਵਿੱਚ ਵਰਤੇ, ਕਈ ਪਰੇਸ਼ਾਨੀਆਂ ਦੇ ਵਿੱਚ ਘੁੰਮੇ। ਇੱਥੇ ਕਿੰਨੀ ਪਿਆਰ ਨਾਲ ਸਮਝਾ ਰਹੇ ਹੈ, ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਦਿਲ ਮਨ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਕਿਵੇਂ? ਇਹਨੂੰ ਦੇਖਣ ਦੀ ਲੋੜ ਹੈ, ਸਿਰਫ ਥਾਟਸ ਨੂੰ ਦੇਖੋਗੇ ਇਹ ਗਿਰਦੀਆਂ ਜਾਣਗੀਆਂ, ਮਨ ਸ਼ਾਂਤ ਹੋ ਜਾਏਗਾ। ਪਰੇਸ਼ਾਨੀ ਥਾਟ ਦੇ ਅੰਦਰ ਹੈ, ਜਿੱਦਨ ਥਾਟ ਚਲੀ ਗਈ ਪਰੇਸ਼ਾਨੀ ਗਈ, ਮਨ ਗਿਆ, ਨੋ ਮਾਈਂਡ ਹੋ ਗਿਆ, ਉਨਮਨ ਹੋ ਗਿਆ। ਤਾਂ ਫਿਰ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਮਤਲਬ ਅਸੀਂ ਕਦੇ ਵਿਚਾਰੀਏ ਨਾ, ਪਰੇਸ਼ਾਨ ਨਾ ਹੋਈਏ। ਪਰੇਸ਼ਾਨੀ ਦਾ ਮਤਲਬ ਕੀ ਹੈ? ਪਰੇਸ਼ਾਨੀ ਦੇ ਵਿੱਚ ਟੈਨਸ਼ਨ ਵੀ ਹੈ, ਥਾਟ ਵੀ ਹੈ, ਵਿਚਾਰ ਵੀ ਹੈ। ਤਾਂ ਮੇਰਾ ਇੱਥੇ ਇਹ ਸਬਮਿਸ਼ਨ ਹੈ ਕਿ ਜੋ ਚੀਜ਼ਾਂ ਸਾਡੀ ਟੂਲਸ ਨੇ ਉਹ ਸਾਡੇ ਤੇ ਕੰਟਰੋਲ ਨਾ ਕਰਨ। ਪਰੇਸ਼ਾਨੀ ਸ਼ਬਦ ਸਾਨੂੰ ਕੰਟਰੋਲ ਕਰਨ ਦਾ ਇੱਕ ਰਿਫਲੈਕਸ਼ਨ ਹੈ। ਜਿਸ ਚੀਜ਼ ਨੇ ਮੈਨੂੰ ਪੋਜੈਸ ਕਰ ਲਿਆ, ਮੈਂ ਪਰੇਸ਼ਾਨ ਹੋ ਗਿਆ, ਮੈਂ ਉਹਦੇ ਹੇਠ ਦਬ ਗਿਆ, ਮੈਂ ਉਸ ਦੇ ਵਿੱਚ ਗ੍ਰਸਤ ਹੋ ਗਿਆ, ਉਹਨੇ ਮੈਨੂੰ ਕਾਬੂ ਕਰ ਲਿਆ। ਤੇ ਪਰੇਸ਼ਾਨ ਦੀ ਜਗ੍ਹਾ ਵਿਚਾਰ ਸਮਝ ਲਈਏ ਕਿ ਕੋਈ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਹੈ, ਕੋਈ ਟਰਬਲਿੰਗ ਇਵੈਂਟ ਆਉਂਦਾ ਹੈ, ਉਸ ਨੂੰ ਅਸੀਂ ਵਿਚਾਰੀਏ, ਉਹਦੀ ਪੋਸਿਬਿਲਿਟੀ ਸਟੱਡੀ ਕਰੀਏ, ਕਾਮ ਮਾਈਂਡ ਨਾਲ ਉਹਦੇ ਸੋਲੂਸ਼ਨ ਲੱਭੀਏ। ਇਹ ਨਹੀਂ ਉਹ ਕਹਿ ਰਹੇ ਕਿ ਇਹਨੂੰ ਛੱਡ ਦੇ, ਕਿਉਂਕਿ ਦੁਨੀਆ ਵਿੱਚ ਅਸੀਂ ਫਿਕਰ ਨਾਲ ਹੀ ਸੋਲੂਸ਼ਨ ਲੱਭਾਂਗੇ। ਕਿਵੇਂ? ਮੇਰੀ ਗੱਡੀ 'ਚ ਪੈਟਰੋਲ ਨਹੀਂ ਹੈ, ਸਵੇਰੇ ਮੈਂ ਜਾਣਾ ਹੈ, ਪੈਟਰੋਲ ਭਰਨਾ ਹੈ, ਮੈਨੂੰ ਫਿਕਰ ਹੋਏਗਾ ਤਾਂ ਪੈਟਰੋਲ ਭਰਾਂਗਾ। ਇਹ ਤੇ ਟੂਲ ਹੋ ਗਿਆ ਮੇਰਾ, ਮੇਰੇ ਧਿਆਨ 'ਚ ਆਉਣਾ ਚਾਹੀਦਾ ਹਾਂ ਪੈਟਰੋਲ ਭਰਨਾ ਹੈ, ਔਰ ਮੈਂ ਉਹਦਾ ਪੈਟਰੋਲ ਭਰ ਕੇ ਉਸ ਕੰਮ ਨੂੰ ਕਰ ਲਿਆ। ਬੇਅਰਥ ਉਸ ਤੇ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਮੈਂ ਹੁਣ ਸੋਚੀ ਜਾਵਾਂ ਕਿ ਪੈਟਰੋਲ ਕਿਵੇਂ ਹੋਏਗਾ, ਕਿਵੇਂ ਜਾਏਗਾ, ਕਿਵੇਂ ਇੰਨੀ ਦੂਰ ਕਿਵੇਂ ਜਾਵਾਂਗੇ, ਕਿਵੇਂ ਪ੍ਰੋਬਲਮ ਸੋਲਵ ਹੋਏਗੀ, ਤਾਂ ਫਿਰ ਮੈਂ ਆਪਣੇ ਇਸ ਇੱਕ ਇਸ਼ੂ ਨੂੰ ਐਡਰੈਸ ਨਾ ਕਰਕੇ ਪ੍ਰੋਬਲਮ ਨੂੰ ਮਲਟੀਪਲਾਈ ਕਰਦਾ। ਇਮੈਜੀਨੇਸ਼ਨ ਨੇ ਉਸ ਨੂੰ ਐਕਸਪੈਂਡ ਕਰ ਲਿਆ। ਫਿਰ ਕੀ ਹੁੰਦਾ ਇਹਦੇ ਬਾਅਦ? ਫਿਰ ਇਹ ਡਿਪਰੈਸ਼ਨ ਦੇ ਵੱਲ ਤੋਰ ਪੈਂਦਾ ਅਗਰ ਲੰਬਾ ਕਰਦੇ ਜਾਈਏ। ਇਹ ਸਾਡੀ ਰਿਐਲਿਟੀ ਤੋਂ ਸਾਨੂੰ ਡਿਸਕਨੈਕਟ ਕਰ ਦਿੰਦਾ, ਸਾਨੂੰ ਆਪ ਨਹੀਂ ਸਮਝ ਆਉਂਦਾ ਕਿ ਸਾਡੀ ਕੀ ਫੀਲਿੰਗਸ ਨੇ, ਕੀ ਥਾਟਸ ਨੇ। ਇਹ ਦੇਖੋ ਹੁਣ ਸਾਈਕੋਲੋਜੀ ਵੀ ਨਾਲ ਨਾਲ ਚੱਲਦੀ ਹੈ। ਸਾਈਕੋਲੋਜੀ ਕਿਵੇਂ? ਕਿਉਂਕਿ ਮਨ ਜਿਹੜਾ ਹੈ ਸਾਡਾ ਟੂਲ ਹੈ, ਇਹ ਸਾਡੇ ਤੇ ਹਾਵੀ ਹੋ ਗਿਆ ਪਰੇਸ਼ਾਨੀ ਕਰਕੇ। ਇਹ ਸਾਡੇ ਲੋਕਾਂ ਦਾ ਪ੍ਰਾਇਮਰੀਲੀ ਸ਼ਹਿਰੀ ਜੀਵਨ ਤੇ ਮੈਂ ਸਮਝ ਰਿਹਾ, ਜੋ ਪਿੰਡਾਂ ਵਿੱਚ ਰਹਿੰਦੇ ਸ਼ਾਇਦ ਉਹਨਾਂ ਦਾ ਮਨ ਥੋੜਾ ਸਰਲ ਹੁੰਦਾ, ਪਰ ਪਰੇਸ਼ਾਨੀ ਤਾਂ ਸਾਰਿਆਂ ਨੂੰ ਹੈ। ਪਰੇਸ਼ਾਨੀ ਟੂ ਦਾ ਪੁਆਇੰਟ ਕਿ ਉਹ ਸਾਨੂੰ ਪੋਜੈਸ ਕਰ ਲੈਂਦੀ ਹੈ, ਫਿਰ ਅਸੀਂ ਡਿਸਕਨੈਕਟ ਹੋ ਜਾਂਦੇ ਹਾਂ, ਫਿਰ ਵਰਥਲੈਸ ਲੱਗਣ ਲੱਗ ਪੈਂਦਾ ਜੀਵਨ, ਫਿਰ ਸੁਸਾਈਡਲ ਥਾਟਸ ਵੀ ਆ ਸਕਦੇ ਆ। ਐਕਸਟ੍ਰੀਮ ਕੇਸਿਸ ਵਿੱਚ ਕੋਈ ਸੁਸਾਈਡ ਕਰਦੇ ਵੀ ਹੈ। ਹੁਣ ਸਭ ਸਵਿਟਜ਼ਰਲੈਂਡ ਵਰਗਾ ਦੇਸ਼ ਜਿੱਥੇ ਸਭ ਕੁਝ ਅਵੇਲੇਬਲ ਹੈ, ਸਾਰੇ ਪਦਾਰਥ, ਪਰੇਸ਼ਾਨੀ ਉੱਥੇ ਹੈ, ਉੱਥੇ ਸੁਸਾਈਡ ਰੇਟ ਕਾਫੀ ਜ਼ਿਆਦਾ ਹੈ। ਫਿਰ ਸਬਸਟੈਂਸ ਅਬਿਊਜ਼ ਵੀ ਉਹਦੇ ਕਰਕੇ ਹੈ। ਉਹਨਾਂ ਕੋਲ ਕਾਰਨ ਨਹੀਂ ਹੈ ਪਰੇਸ਼ਾਨ ਹੋਣ ਦਾ, ਬਟ ਅਸੀਂ ਸਮਝਦੇ ਹਾਂ ਕਿ ਕਾਰਨ ਨਹੀਂ, ਸਭ ਪਦਾਰਥ ਨੇ, ਸਾਰਾ ਕੁਝ ਹੈ। ਫਿਰ ਕੀ ਕਾਰਨ ਹੈ ਕਿ ਉਹ ਇਤਨੇ ਪਰੇਸ਼ਾਨ ਹੋ ਕੇ ਸੁਸਾਈਡ ਵੱਲ ਟੁਰ ਪੈਂਦੇ? ਕਿਉਂਕਿ ਉਹ ਇੰਨੀ ਵਾਰ ਉੱਥੇ ਸੁੱਖ ਲੱਭਣ ਗਏ ਔਰ ਇਤਨਾ ਧੋਖਾ ਮਿਲਿਆ ਹਰ ਵਾਰ ਕਿ ਡਿਸਅਪੁਆਇੰਟਮੈਂਟ ਲਾਈਫ ਦਾ ਡੋਮੀਨੇਟਿੰਗ ਥਾਟ ਹੋ ਗਿਆ, ਹੋਪਲੈਸਨੈਸ ਆ ਗਈ। 3 ਥਾਟਸ ਪ੍ਰਾਇਮਰੀਲੀ ਚੱਲਦੀਆਂ ਜਿਹੜਾ ਡਿਪਰੈਸ਼ਨ ਚ ਆਉਂਦਾ ਹੈ, ਹੋਪਲੈਸ, ਹੈਲਪਲੈਸ ਔਰ ਵਰਥਲੈਸ। ਫਿਰ ਪ੍ਰਾਇਮਰੀਲੀ ਉਦਾਸ ਹੁੰਦਾ, ਸੈਲਫ ਐਸਟੀਮ ਖਤਮ ਹੋ ਜਾਂਦੀ, ਕਿਉਂਕਿ ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀ ਹਟ ਜਾਂਦੀ ਹੈ। ਉਹਦੇ ਨਾਲ ਡਿਫਾਈਨਡ ਮਾਈਂਡ ਜਿਹੜਾ ਹੈ ਉਹ ਗਰੋ ਨਹੀਂ ਕਰਦਾ। ਪਰ ਇੱਥੇ ਜੋ ਸਾਨੂੰ ਆਦੇਸ਼ ਭਗਤ ਕਬੀਰ ਦਿੰਦੇ ਹੈ, ਬੰਦੇ ਖੋਜ ਦਿਲ ਹਰ, ਆਪਣੇ ਦਿਲ ਨੂੰ ਖੋਜ। ਪਰੇਸ਼ਾਨੀ ਹੈ, ਬਿਲਕੁਲ ਸਮਝ ਰਿਹਾ ਪਰੇਸ਼ਾਨੀ ਹੈ, ਬਟ ਇਹਨੂੰ ਖੋਜ, ਇਸ ਮਨ ਨੂੰ, ਇਸ ਪਰੇਸ਼ਾਨੀ ਨੂੰ ਫੇਸ ਕਰ, ਥਾਟਸ ਦੇ ਵਿੱਚ ਦੇਖ ਇਹਨਾਂ ਨੂੰ, ਫਿਰ ਇਹ ਪਰੇਸ਼ਾਨੀ ਨਹੀਂ ਰਹੇਗੀ। ਕਿਉਂਕਿ ਥਾਟਸ ਹੀ ਨਹੀਂ ਰਹਿਣਗੀਆਂ। ਜਦ ਥਾਟ ਨਹੀਂ ਰਹੇਗਾ, ਮਨ ਨਹੀਂ ਰਿਹਾ, ਮੈਂ ਹੀ ਨਹੀਂ ਰਵਾਂਗਾ, ਤਾਂ ਕਿਹੜੀ ਪਰੇਸ਼ਾਨੀ ਰਹੇਗੀ? ਉਹ ਕਹਿੰਦੇ ਦੁਨੀਆ ਜਿਹੜੀ ਹੈ ਕੁਝ ਸਮਾਂ ਦਾ ਮੇਲਾ ਹੈ। ਤੇਰੀ ਇੱਕ ਪ੍ਰੋਬਲਮ, ਸਾਡੀ ਇੱਕ ਪ੍ਰੋਬਲਮ ਸੋਲਵ ਹੋ ਵੀ ਜਾਏਗੀ, ਅਸੀਂ ਦੂਜੀ ਖੜੀ ਕਰ ਦਿਆਂਗੇ ਸਵੇਰੇ ਰੋਜ਼। ਜਿਹਦੇ ਕੋਲ ਕੋਈ ਵੀ ਪ੍ਰੋਬਲਮ ਨਹੀਂ ਹੈ, ਉਹ ਆਪਣੇ ਜੁੱਤਿਆਂ ਦੇ ਲੇਸ ਦੀ ਵੀ ਫਿਕਰ ਕਰਨੀ ਸ਼ੁਰੂ ਕਰ ਦੇਗਾ। ਜਦੋਂ ਆਦਤ ਹੋ ਜਾਏਗੀ, ਜਦੋਂ ਅਸੀਂ ਆਪਣਾ ਨੇਚਰ ਬਣਾ ਲਾਂਗੇ, ਜਦੋਂ ਇਹ ਕੰਡੀਸ਼ਨਡ ਮਾਈਂਡ ਨੂੰ ਅਫਰਮ ਕਰ ਦਿਆਂਗੇ ਕਿ ਫਿਕਰ ਕਰਨਾ ਹੀ ਕਰਨਾ ਹੈ, ਤੇ ਫਿਕਰ ਤੋਂ ਬਾਹਰ ਉਹ ਫਿਰ ਉਹਨੂੰ ਜੀਵਨ ਦਿਖਦਾ ਹੀ ਨਹੀਂ, ਕਿਉਂਕਿ ਇਹ ਇਤਨਾ ਦ੍ਰਿੜਾ ਦਿੰਦੇ ਹਾਂ ਅਸੀਂ। ਤਾਂ ਇੱਥੇ ਸਾਨੂੰ ਗੁਰੂ ਸਾਹਿਬ ਪ੍ਰੇਰ ਰਹੇ ਆ ਕਿ ਨਾਮ ਨੂੰ ਦ੍ਰਿੜਾ ਭਾਈ ਮੇਰੇ, ਮਨ ਦੇ ਵਿੱਚ ਉਲਝ, ਮਨ ਦੇ ਬਿਯੋਂਡ ਦੇਖ ਕੀ ਹੈਗਾ, ਮਨ ਦੀ ਅਸਲੀਅਤ ਨੂੰ ਜਾਣ ਕਿ ਇਹ ਥਾਟਸ ਸਾਡੀਆਂ ਟੂਲਸ ਹੈਗੀਆਂ, ਅਸੀਂ ਵਰਤਣਾ ਇਹਨਾਂ ਨੂੰ, ਇਹਨਾਂ ਦੇ ਵਿੱਚ ਉਲਝ ਕੇ ਪਰੇਸ਼ਾਨੀ ਦੇ ਵਿੱਚ ਆਪਣੇ ਆਪ ਨੂੰ ਗਵਾ ਨਹੀਂ ਦੇਣਾ। ਇਹ ਜੋ ਦੁਨੀਆ, ਸ਼ਹਿਰ, ਮੇਲਾ,
ਦਸਤਗੀਰ ਹੀ ਨਾ ਹੈ। ਇੱਥੇ ਦਰਅਸਲ ਹੱਥ ਕੋਈ ਨਹੀਂ ਫੜਦਾ ਹੈ, ਇੱਥੇ ਹੱਥ ਪੱਲੇ ਕੁਛ ਨਹੀਂ ਆਉਣ ਵਾਲਾ। ਸਹਿਰ ਦਾ ਮੇਲਾ ਹੈ, ਕੁਝ ਘੜੀਆਂ ਦਾ ਮੇਲਾ ਹੈ। ਸਮੇਂ ਨਾਲ ਇਹ ਮੁੱਕ ਜਾਏਗਾ। ਜਦੋਂ ਇਹ ਮੁੱਕੇਗਾ ਤੇ ਕੋਈ ਵੀ ਹੈ, ਜਿੰਨੀਆਂ ਹਜ਼ਾਰਾਂ ਕਰੋੜਾਂ ਪਰੇਸ਼ਾਨੀਆਂ ਸਾਡੀਆਂ ਹੈਗੀਆਂ, ਕੋਈ ਮੀਨਿੰਗ ਨਹੀਂ ਰੱਖਣੀਆਂ। ਫਿਰ ਇਹਨੂੰ ਵਿਚਾਰਨਾ ਆਪ। ਅਸੀਂ ਅੱਜ ਜਿਸ ਉਮਰ 'ਚ ਹੈਗੇ ਆ, ਕਿਤਨੀਆਂ ਹਜ਼ਾਰਾਂ ਪ੍ਰੋਬਲਮ ਸਾਡੇ ਨਾਲ ਚੱਲੀਆਂ ਜਦ ਤੋਂ ਅਸੀਂ ਜਨਮ ਲਿਆ। ਅੱਜ ਉਹ ਪੁਰਾਣੀਆਂ ਪ੍ਰੋਬਲਮਸ ਮੀਨਿੰਗਲੈਸ ਹੋ ਜਾਂਦੀਆਂ, ਕਿਉਂਕਿ ਪਾਸਟ ਵਿੱਚ ਚਲੀਆਂ ਗਈਆਂ, ਜਾਂ ਸੋਲਵ ਹੋਈਆਂ ਜਾਂ ਨਹੀਂ ਹੋਈਆਂ। ਅੱਜ ਉਹਨਾਂ ਦਾ ਮੀਨਿੰਗ ਨਹੀਂ ਰਹਿ ਗਿਆ। ਇਸ ਕਰਕੇ ਜੋ ਜਿੱਥੇ ਅੱਜ ਅਸੀਂ ਖੜੇ ਹਾਂ, ਉੱਥੇ ਕੋਈ ਪ੍ਰੋਬਲਮ, ਅੱਜ ਦੀ ਪ੍ਰੋਬਲਮ ਮੀਨਿੰਗਫੁਲ ਹੈ। ਜਿਹੜੀਆਂ ਹੈਂਡ ਸੀਗੀਆਂ ਉਹ ਗਈਆਂ। ਇਸੇ ਤਰ੍ਹਾਂ ਜੋ ਅੱਜ ਦੀ ਪ੍ਰੋਬਲਮ ਹੈ ਉਹ ਕੱਲ ਮੀਨਿੰਗਲੈਸ ਹੋ ਜਾਏਗੀ, ਕਿਸੇ ਵੀ ਕਾਰਨ ਕਰਕੇ ਹੋਏ। ਸੋ ਇੱਥੇ ਟਰੈਵਲਿੰਗ ਦੁਨੀਆ ਦਾ ਇੱਕ ਨੇਚਰ ਹੈ ਕਿ ਪ੍ਰੋਬਲਮਸ ਦੇ ਥਰੂ ਅਸੀਂ ਨਿਕਲਣਾ ਹੈ। ਇਸੇ ਤਰ੍ਹਾਂ ਅਸੀਂ ਜੀਵਨ ਜਾਣਨਾ ਹੈ। ਇਸੇ ਤੋਂ ਅਸੀਂ ਜਾਣਾਂਗੇ ਕਿ ਜੀਵਨ ਦਾ ਸੱਤ ਕੀ ਹੈ। ਅਗਰ ਮੈਨੂੰ ਸਮੇਂ ਦੇ ਵਿੱਚ ਕੁਝ ਘੰਟੇ ਮਿਲ ਜਾਣ ਜਿਹਦੇ ਵਿੱਚ ਮੈਂ ਇਹੋ ਜਿਹਾ ਅਭਿਆਸ ਕਰ ਲਵਾਂ ਜਦੋਂ ਮੈਂ ਪਰੇਸ਼ਾਨ ਤੋਂ ਫ੍ਰੀ ਰਵਾਂ, ਭਾਵੇਂ ਉਹ 1 ਘੰਟਾ ਹੈ, ਭਾਵੇਂ ਅੱਧਾ ਘੰਟਾ ਹੈ, ਭਾਵੇਂ 2 ਘੰਟੇ, ਜਦੋਂ ਮੈਨੂੰ ਪਰੇਸ਼ਾਨੀ ਬਿਲਕੁਲ, ਮਨ ਬਿਲਕੁਲ ਸ਼ਾਂਤ ਹੋ ਜਾਏ, ਪੀਸ ਆਫ ਮਾਈਂਡ ਹੋ ਜਾਏ, ਤਾਂ ਫਿਰ ਉੱਥੋਂ ਮੈਨੂੰ ਐਨਰਜੀ ਮਿਲੇਗੀ। ਫਿਰ ਮੈਂ ਜਦੋਂ ਜੋ ਪਰੇਸ਼ਾਨੀ ਹੈ, ਜੋ ਐਕਚੁਅਲ ਟਾਸਕ ਐਟ ਹੈਂਡ ਹੈ, ਉਸਨੂੰ ਐਡਰੈਸ ਕਰ ਪਾਵਾਂਗਾ ਇਨ ਐਨਰਜਾਈਜ਼ ਸਟੇਟ ਆਫ ਬੀਇੰਗ। ਕਹਿੰਦੇ ਨੇ ਦੁਨੀਆ ਦਾ ਨੇਚਰ ਹੈ, ਇਹ ਦੁਨੀਆ ਦਾ ਨੇਚਰ ਸਮਝਾ ਰਿਹਾ। ਸਾਨੂੰ ਇਹ ਸਮਝ ਆ ਰਿਹਾ ਕਿ ਨਹੀਂ ਆ ਰਿਹਾ, ਇਹ ਅਸੀਂ ਵਿਚਾਰਨਾ ਹੈ। ਕਿ ਮੈਨੂੰ ਦਿਖਦਾ ਹੈ ਕਿ ਇਹ ਸਹਿਰ ਦਾ ਮੇਲਾ ਹੈ, ਕਿ ਕੁਆਲਿਟੀ ਆਫ ਲਾਈਫ ਮੇਰੀ ਇਹ ਹੈ ਕਿ ਇਹ ਕੁਝ ਸਹਿਰ ਲਈ ਅਸੀਂ ਇੱਥੇ ਆਏ ਹਾਂ। ਕਿ ਮੇਰੀ ਅਸਲ ਇਹ ਕੁਆਲਿਟੀ ਹੈ ਕਿ ਮੈਂ ਇਸ ਤਰ੍ਹਾਂ ਜੀ ਰਿਹਾ ਕਿ ਮੈਂ ਤੇ ਕਦੇ ਮਰਨਾ ਹੀ ਨਹੀਂ। ਇਹ ਪ੍ਰਸ਼ਨ ਮੈਨੂੰ ਆਪਣੇ ਆਪ ਨੂੰ ਪੁੱਛਣਾ ਲਾਜ਼ਮੀ ਹੈ, ਜ਼ਰੂਰੀ ਹੈ। ਗੁਰਮਤ ਦੇ ਵਿੱਚ ਇਹ ਸਭ ਤੋਂ ਜ਼ਰੂਰੀ ਹੈ। ਕਿਉਂਕਿ ਅਗਰ ਮੈਂ ਆਪਣੀ ਸੋਚ ਨਾ ਬਦਲੀ, ਬਾਣੀ ਦੇ ਨਾਲ ਬੈਠ ਕੇ, ਗੁਰੂ ਦੇ ਨਾਲ ਬੈਠ ਕੇ ਅੰਤਰ ਨਾ ਆਪਣਾ ਸੁਧਾਰਿਆ, ਤਾਂ ਫਿਰ ਗੁਰੂ ਦੀ ਸੰਗਤ ਦਾ, ਗੁਰੂ ਦੀ ਬਾਣੀ ਦਾ ਸਾਡੇ ਮਨ 'ਚ ਅਸਰ ਨਹੀਂ ਆਣਾ। ਔਰ ਇਹਦਾ ਮੀਨਿੰਗ ਹਰ ਪਲੇਨ ਵਿੱਚ ਹੈ। ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਕਵਾਂਗੇ ਕਿ ਅਧਿਆਤਮ ਦੇ ਪਲੇਨ ਵਿੱਚ ਅਸੀਂ ਗੁਰੂ ਦੀ ਕਮਾਈ ਕਰਾਂਗੇ, ਫਿਜ਼ੀਕਲ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਅਗਰ ਪੱਤਾ ਹਰਾ ਹੋਏਗਾ ਤੇ ਉਹ ਪੂਰੀ ਤਰ੍ਹਾਂ ਹਰਾ ਹੋਏਗਾ, ਉਹਦੀ ਟਹਿਣੀ ਵੀ ਹਰੀ ਹੋਏਗੀ, ਉਹਦੀ ਵੇਨਸ ਵੀ ਹਰੀਆਂ ਹੋਣਗੀਆਂ, ਉਹਦੇ ਕੋਨੇ ਵੀ ਹਰੇ ਹੋਣਗੇ, ਉਹਦਾ ਪਿਛਲਾ ਵੀ ਹਰਾ ਹੋਏਗਾ, ਉਹਦਾ ਅਗਲਾ ਵੀ ਹਰਾ ਹੋਏਗਾ। ਜਦ ਰੰਗ ਚੜੇਗਾ ਤੇ ਪੂਰਾ ਚੜੇਗਾ, ਨਹੀਂ ਤੇ ਚੜੇਗਾ ਹੀ ਨਹੀਂ। ਨਹੀਂ ਤੇ ਰੰਗ ਹੀ ਨਹੀਂ ਹੈ, ਨਹੀਂ ਤੇ ਝੂਠ ਹੈ, ਧੋਖਾ ਹੈ ਆਪਣੇ ਨਾਲ। ਫਰੀਦ ਦਾ ਇੱਕ ਸ਼ਬਦ ਹੈ ਉਹ। ਤਾਂ ਵਿਚਾਰ ਦੀ ਗੱਲ ਕੀ ਹੈ ਭਾਈ ਜੀ, ਮਹਾਰਾਜ ਬੰਦੇ ਖੋਜ ਦਿਲ ਹਰ ਰੋਜ਼। ਉਹ ਕਹਿੰਦੇ ਨੇ ਹਰ ਰੋਜ਼, ਕਿਵੇਂ ਹਰ ਰੋਜ਼? ਸਾਲ 'ਚ 1 ਵਾਰ ਨਹੀਂ ਕਹਿੰਦੇ, ਹਰ ਰੋਜ਼ ਨਿਤ ਕੋਈ ਸਮਾਂ ਬੈਠ ਜਾ, ਧਿਆਨ ਕਰ ਲੈ, ਅਕੇਲੇ ਹੋ ਕੇ ਸ਼ਾਂਤ ਹੋ ਜਾ, ਉਸ ਤੋਂ ਬਾਅਦ ਬਾਣੀ 'ਚ ਉਤਰ, ਮਨ ਦੀ ਅਸਲੀਅਤ ਜਾਣ ਲੈ। ਮਨ ਉਹ ਕਿਸ਼ਤੀ ਹੈ ਜਿਹਦੇ ਵਿੱਚ ਸ਼ਬਦ ਦੇ ਚੱਪੂ ਨਾਲ ਮੈਂ ਨਦੀ ਨੂੰ ਪਾਰ ਕਰਨਾ ਹੈ। ਮੈਂ ਮਨ ਹੀ ਨੂੰ ਨਹੀਂ ਜਾਣਿਆ, ਸ਼ਬਦ ਨੂੰ ਕੀ ਜਾਣਾਂਗਾ ਫਿਰ? ਵੇਦ ਕਤੇਬ ਇਫਤਰਾ ਪਾਈ। ਵੇਦ ਔਰ ਕਤੇਬ ਇਹ ਦੋਨੋਂ, ਅਸੀਂ ਕਹਿ ਲਈਏ ਧਰਮ ਗ੍ਰੰਥ, ਅਸੀਂ ਕਹਿ ਲਈਏ ਕਿ ਇੰਟੈਲੈਕਚੁਅਲ ਟਾਕ, ਇਫਤਰਾ ਪਾਈ, ਬਹਿਸ ਕਰ ਲਈ ਉਹਦੇ ਉੱਤੇ। ਅਸੀਂ ਵੀ ਕਰ ਸਕਦੇ ਹਾਂ ਬਹਿਸ। ਦਿਲ ਕਾ ਫਿਕਰ ਨਾ ਜਾਏ, ਕਹਿੰਦੇ ਨੇ ਕਾਹਦੇ ਵਾਸਤੇ ਕਰਨਾ ਹੈ। ਇੱਕ ਹੋਰ ਸ਼ਬਦ ਹੈ ਭਗਤ ਕਬੀਰ ਦਾ, ਉਹ ਕਹਿੰਦੇ ਕਿ ਲੋਕ ਨਾ ਭਤੀਜੇ, ਫਿਰ ਅਖੀਰ 'ਚ ਕਹਿੰਦੇ ਨਾ ਭਤੀਜੇ ਤੋਂ ਕਿਆ ਕੀਜੇ। ਲੋਕ ਨਹੀਂ ਮੰਨਦੇ, ਮੈਂ ਜਾਣਦਾ ਵਾਂ, ਪਰ ਲੋਕ ਨਹੀਂ ਮੰਨਦੇ, ਲੋਕ ਨਹੀਂ ਜਾਣਦੇ ਇਸ ਗੱਲ। ਕਹਿੰਦੇ ਨਹੀਂ ਜਾਣਦੇ ਤਾਂ ਮੈਂ ਕੀ ਕਰਾਂ? ਮੇਰਾ ਠੇਕਾ ਥੋੜੀ ਲਿਆ ਹੋਇਆ। ਆਪਣੇ ਮਨ ਨਾਲ ਤੇ ਉਲਝਣਾ ਮੇਰਾ ਠੇਕਾ ਹੈ, ਮੇਰੀ ਜ਼ਿੰਮੇਵਾਰੀ ਹੈ। ਬਾਕੀ ਅਗਰ ਗੁਰੂ ਸੇਵਾ ਕਰਾਉਣਾ ਚਾਹੇਗਾ ਤੇ ਉਹ ਵਿਧੀਆਂ ਆਪੇ ਆ ਜਾਣਗੀਆਂ। ਮੈਂ ਉਹਦੀ ਬਹਿਸ ਵਿੱਚ ਪੈ ਕੇ ਮਨ ਨੂੰ ਉਲਝਾਵਾਂਗਾ ਨਹੀਂ। ਜਾਂ ਜੋ ਠੀਕ ਹੈ ਉਹ ਠੀਕ ਗੱਲ ਕਹਿਣੀ ਬਣਦੀ ਹੈ। ਪਰ ਇੱਥੇ ਕਹਿੰਦੇ ਵੇਦ ਕਤੇਬ ਇਫਤਰਾ ਭਾਈ ਦਿਲ। ਅਗਰ ਤੂੰ ਇਹਨਾਂ ਬਹਿਸਾਂ ਚੋਂ ਲੱਭਦਾ ਹੈ ਕਿ ਮੈਨੂੰ ਸੋਲੂਸ਼ਨਸ ਆਫ ਲਾਈਫ ਮਿਲ ਜਾਣਗੇ, ਉਹ ਨਹੀਂ ਮਿਲਣ ਵਾਲੇ। ਭਾਵੇਂ ਜਿੰਨੀ ਮਰਜ਼ੀ ਬਹਿਸ ਕਰ ਲੈ, ਭਾਵੇਂ ਜਿੰਨੀ ਮਰਜ਼ੀ ਡਿਸਕਸ਼ਨਸ ਕਰ ਲੈ। ਆਸਾ ਦੀ ਵਾਰ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਪੜ ਗੱਡੀ ਦੀਏ, ਗੱਡੇ ਦੇ ਗੱਡੇ ਪੜੇ ਕਿਤਾਬਾਂ ਨਾਲ। ਫਿਕਰ ਗਿਆ, ਆਪਣੀ ਈਗੋ ਨੂੰ ਹੀ ਦੜਾਇਆ, ਨਾਮ ਨੂੰ ਨਹੀਂ ਦੜਾਇਆ। ਗੁਰੂ ਮਹਾਰਾਜ ਨਾਲ ਬੈਠਣ ਦਾ, ਗੁਰੂ ਦੇ ਚਰਨਾਂ ਦੀ ਅਸੀਸ ਲੈਣ ਦਾ, ਗੁਰੂ ਦੇ ਪ੍ਰੇਮ ਦੇ ਅਸਰ ਆਪਣੇ ਅੰਤਰ ਵਿੱਚ ਪਾਉਣ ਦਾ ਮਤਲਬ ਇੱਕੋ ਹੀ ਹੈ ਕਿ ਨਾਮ ਨੂੰ ਦ੍ਰਿੜਾਈਏ, ਗੁਰੂ ਦੇ ਬਚਨਾਂ ਨੂੰ ਅੰਤਰ ਵਿੱਚ ਹਰ ਸਫੇਅਰ ਆਫ ਮਾਈਂਡ ਵਿੱਚ ਵਸਾਈਏ। ਸਤ ਜਾਣ, ਸਤ ਕਰਕੇ ਜਾਣ। ਤਾਂ ਇਹ ਪ੍ਰਸ਼ਨ ਮੈਨੂੰ ਪੁੱਛਣਾ ਚਾਹੀਦਾ ਆਪਣੇ ਆਪ ਨੂੰ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰ ਹੀ ਨਾ ਹੈ, ਇਹ ਥੋੜੇ ਸਮੇਂ ਦਾ ਮੇਰਾ ਮੇਲਾ ਹੈ। ਮੈਂ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਾਂਗਾ ਅੱਜ, ਕਿ ਮੈਂ ਇਸ ਤਰ੍ਹਾਂ ਜੀ ਰਿਹਾ ਵਾਂ ਕਿ ਕੁਝ ਸਮੇਂ ਲਈ ਹੈ ਬਸ। ਇੱਕ ਸੋਲੂਸ਼ਨ ਬੜਾ ਪਿਆਰਾ ਦਿੰਦੇ ਆ, ਢੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਬਹਿਸ ਵਿੱਚ ਲੱਭਦਾ ਹੈ, ਜਿਸ ਰੱਬ ਨੂੰ ਅਸੀਂ ਆਪਸ ਵਿੱਚ
ਬਹਿਸ ਕਰ ਕਰਕੇ ਲੱਭਦੇ ਆ ਕਿ ਮੈਨੂੰ ਜ਼ਿਆਦਾ ਗਿਆਨ ਹੈ ਕਿ ਤੈਨੂੰ ਜ਼ਿਆਦਾ ਗਿਆਨ ਹੈ, ਉਹਦੇ 'ਚ ਤਾਂ ਨਹੀਂ ਮਿਲੇਗਾ। ਪਰ ਅਗਰ ਟੁੱਕ ਦਮ ਕਰਾਰੀ ਇੱਕ ਥੋੜੇ ਅੱਧੇ ਫ੍ਰੈਕਸ਼ਨ ਆਫ ਸੈਕਿੰਡ ਲਈ ਵੀ, ਆਪਣੀ ਇੱਕ ਅੱਧੀ ਬ੍ਰੈਥ ਲਈ ਵੀ ਦ੍ਰਿੜਾ ਕੇ ਪੂਰੇ ਪੈਸ਼ਨ ਨਾਲ, ਮਤਲਬ ਪੂਰੇ ਧਿਆਨ ਨਾਲ, ਮਤਲਬ ਪੂਰੀ એનર્ਜੀ ਨਾਲ, ਪੂਰੀ ਆਪਣੀ ਥਾਟਸ ਨੂੰ ਇਕਾਗਰ ਕਰਕੇ ਪੂਰੇ ਫੋਕਸ ਨਾਲ ਟੁੱਕ ਦਮ ਕਰਾਰੀ ਜੋ ਕਰੇ, ਉਹ ਕਹਿੰਦੇ ਨੇ ਅਗਰ ਇੱਕ ਵਾਰ ਉਹਦਾ ਧਿਆਨ ਪੂਰਾ ਕਰ ਲਿਆ, ਪੂਰਨ ਰੂਪ ਵਿੱਚ ਧਿਆਨ ਕਰ ਲਿਆ, ਸਭ ਜਗ੍ਹਾ ਤੋਂ ਧਿਆਨ ਤੋੜ ਲਿਆ, ਕਹਿੰਦੇ ਨੇ ਹਾਜ਼ਰ ਹਜ਼ੂਰ ਖੁਦਾਏ। ਦੇਖੋ ਕਿੰਨੀ ਸਿੰਪਲੀ ਇੰਨੀ ਵੱਡੀ ਗੱਲ ਕਹਿਤੀ। ਇਹ ਦੁਨੀਆ ਸਾਰੇ ਇੰਨੇ ਲੈਕਚਰ ਦੇ ਰਹੀ ਹੈ, ਇੰਨਾ ਕੁਝ ਹੋ ਰਿਹਾ ਹੈ, ਇੰਨੇ ਅਡੰਬਰ ਚੱਲ ਰਹੇ ਹੈ, ਉਹ ਤਾਂ ਕਹਿੰਦੇ ਬਸ ਮਨ ਨੂੰ ਖੜਾ ਕਰ ਲੈ, ਮਨ ਨੂੰ ਥਿਰ ਕਰ ਲੈ, ਸ਼ਬਦ ਨਾਲ, ਸ਼ਬਦ ਦੀ ਗੱਲ ਨਾਲ ਨਾਲ ਅਸੀਂ ਇੱਥੇ ਚੱਲਣੀ ਚਾਹੀਦੀ, ਸ਼ਬਦ ਦੀ ਗੱਲ ਕਿ ਸ਼ਬਦ ਨਾਲ ਜੋੜ ਲੈ, ਕਿਉਂਕਿ ਸੁਰਤ ਔਰ ਸ਼ਬਦ ਇਹ ਦੋ ਸਾਡੀ ਖੇਡਾਂ ਨੇ। ਟੁੱਕ ਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ, ਉਹ ਤਾਂ ਹਾਜ਼ਰ ਹੈ। ਫਿਰ ਪ੍ਰਸ਼ਨ ਇਹ ਬਣਦਾ ਹੈ ਕਿ ਕਿਤਨੇ ਸਾਲਾਂ ਦਾ ਮੈਂ ਸਿੱਖ ਹਾਂ, ਕੀ ਮੈਨੂੰ ਹਾਜ਼ਰ ਹਜ਼ੂਰ ਖੁਦਾਏ ਹੈ? ਮੈਨੂੰ ਐਕਸਪੀਰੀਅੰਸ ਨਹੀਂ ਹੈ ਤੇ ਇਹ ਮੇਰਾ ਦੋਸ਼ ਹੈ। ਮੈਨੂੰ ਇਸ ਤੇ ਕਮਿਟ ਆਪਣੀ એનર્ਜੀ ਕਰਨੀ ਚਾਹੀਦੀ ਹੈ। ਮੈਂ ਕਿਹਨਾਂ ਚੀਜ਼ਾਂ ਤੇ એનર્ਜੀ ਕਮਿਟ ਕਰ ਰਿਹਾ, ਉਹ ਮੈਨੂੰ ਵਿਚਾਰਨਾ ਚਾਹੀਦਾ। ਡੂ ਆਈ ਹੈਵ ਟੂ, ਸ਼ੁਡ ਆਈ, ਮਸਟ ਹੈ। ਇਹ ਉਸ ਦਿਨ ਵੀ ਇੱਕ ਸ਼ਬਦ ਵਿਚਾਰਿਆ ਸੀ, ਮਹਾਰਾਜ ਨੇ ਕਿਹਾ ਕਿ ਜੀਵਨ ਜਿਹੜਾ ਹੈ ਉਹ ਜਿਤਨਾ ਸਮਾਂ ਹੈ, ਜੀਵਨ ਵਿੱਚ ਜੋ ਕੁਝ ਕਰੋਗੇ ਇਹਦੇ ਨਾਲ ਹੀ ਚਲਾ ਜਾਣਾ। ਇੱਥੇ ਜੋ ਵੀ ਕੀਤਾ, ਕੰਮ ਕੀਤਾ, ਹੋਰ ਕੀਤਾ, ਉਹਦੇ ਚ ਕਿਤਨੀ ਇਨਵੈਸਟਮੈਂਟ ਕਰਨੀ ਹੈ, ਦੈਟਸ ਮਾਈ ਚੋਇਸ। ਦਰੋਗ ਪੜ ਪੜ ਖੁਸ਼ੀ ਹੋਏ, ਕਹਿੰਦੇ ਨੇ ਉਹ ਲੋਕ ਗਵਾਚੇ ਲੋਕ ਨੇ ਜਿਹੜੇ ਖੁਸ਼ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਬਹਿਸਾਂ ਵਿੱਚ ਪੈ ਕੇ, ਇੰਟੈਲੈਕਚੁਅਲਾਈਜੇਸ਼ਨ ਵਿੱਚ ਰੱਬ ਨੂੰ ਲੱਭਣ ਵਾਸਤੇ, ਇੰਟੈਲੈਕਚੁਅਲਾਈਜੇਸ਼ਨ ਵਿੱਚ ਹੋਰ ਚੀਜ਼ਾਂ ਨੂੰ ਵਿਚਾਰਨਾ, ਆਈ ਐਮ ਸ਼ੋਰ ਦੈਟਸ ਏ ਐਕਸਰਸਾਈਜ਼ ਵਿਚ ਡਿਜ਼ਰਵਸ ਇਟਸ ਓਨ ਮੈਰਿਟ। ਬਟ ਅਸੀਂ ਅਗਰ ਰੱਬ ਨੂੰ ਉੱਥੇ ਲੱਭਣ ਜਾ ਰਹੇ ਹਾਂ ਤਾਂ ਕਹਿ ਰਹੇ ਨੇ ਗਵਾਚੇ ਲੋਕ ਨੇ, ਬੇਖਬਰ ਬਾਦ ਬਕਾਏ, ਬੇਖਬਰ ਨੇ, ਬਕਵਾਸ ਜੀ ਗੱਲ ਲੱਗਦੀ ਹੈ, ਬਿਨਾਂ ਅਰਥ ਤੇ ਗੱਲ ਲੱਗਦੀ। ਫਿਰ ਇਹ ਕਹਿੰਦੇ ਨੇ ਇਹ ਤੇ ਸਭ ਕੁਝ ਹੈ ਕਿ ਜਿੱਥੇ ਨਹੀਂ ਹੈ, ਉਹ ਇਹ ਵੀ ਦੱਸ ਦਿੱਤਾ ਉਹਨਾਂ ਨੇ ਕਿ ਮਨ ਨੂੰ ਖੜਾ ਕਰਾਂਗੇ, ਮਨ ਨੂੰ ਸ਼ਬਦ ਚ ਲੀਨ ਕਰਾਂਗੇ ਤੇ ਉਹ ਹਾਜ਼ਰ ਦਿਖੇਗਾ। ਫਿਰ ਮਹਾਰਾਜ ਕਹਿੰਦੇ ਹੱਕ ਸੱਚ ਖਾਲਕ ਖਲਕ ਮਿਆਨੇ, ਇਹ ਜਿਹੜਾ ਖਾਲਕ ਹੈ, ਦੁਨੀਆ ਹੈ, ਖਲਕ ਇਹਦੇ ਵਿੱਚ ਹੀ ਰਹਿੰਦਾ ਹੈ। ਇਹ ਅਸਥੂਲ ਸਾਨੂੰ ਦਿਖਦਾ ਹੈ, ਜੋ ਅਸੀਂ ਫੀਲ ਕਰਦੇ ਹਾਂ, ਗ੍ਰੋਸ ਦਿਖਦਾ ਹੈ, ਐਲੀਮੈਂਟ ਮੈਟਰ ਦਿਖਦਾ ਸਾਨੂੰ, ਪਰ ਇਹਦੇ ਵਿੱਚ ਹੀ ਉਹ ਰਹਿੰਦਾ ਹੈ ਜਿਹੜਾ ਇਹਦਾ ਕ੍ਰੀਏਟਰ ਹੈ। ਉਹਦੀ ਸਪਿਰਿਟ ਇਹਦੇ ਨਾਲ ਹੈ, ਭਾਵੇਂ ਉਹ ਇਨਐਨੀਮੇਟ ਆਬਜੈਕਟਸ ਨੇ, ਭਾਵੇਂ ਉਹ ਲਾਈਫ ਜੀਵਨ ਜਿਤਨੀ ਜੀਵ ਜੰਤੂ ਨੇ, ਭਾਵੇਂ ਉਹ ਹੋਰ ਕ੍ਰੀਏਸ਼ਨ, ਇਹ ਸਾਰੀ ਕ੍ਰੀਏਸ਼ਨ ਦੇ ਵਿੱਚ ਹੀ ਉਹ ਆਪ ਸਮਾਇਆ ਹੋਇਆ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਖਲਕ ਜਿਹੜਾ ਹੈ ਦੇ ਵਿੱਚ ਖਾਲਕ ਰਹਿੰਦਾ ਹੈ, ਖਾਲਕ ਰੱਬ ਖਲਕ ਦੇ ਵਿੱਚ ਹੀ ਰਹਿੰਦਾ ਹੈ, ਮਿਆਨੇ ਉਹਦੇ ਵਿੱਚ ਰਹਿਣ, ਮਿਆਨ ਦੇ ਅੰਦਰ ਰਹਿਣਾ। ਸ਼ਾਮ ਮੂਰਤ ਨਾ ਹੈ, ਉਹ ਕਹਿੰਦੇ ਨਿਰੰਕਾਰ ਕੋਈ ਮੂਰਤੀ ਨਹੀਂ ਹੈ। ਅਗਰ ਉਹ ਇੱਕੋ ਮੂਰਤੀ ਚ ਰਹਿ ਰਿਹਾ ਹੁੰਦਾ ਤੇ ਫਿਰ ਬਾਕੀ ਸ੍ਰਿਸ਼ਟੀ ਕੀ ਕਰਦੀ? ਉਹਨੂੰ ਇੱਕ ਮੂਰਤੀ ਜਾਣ ਕੇ, ਉਹਦੀ ਮੂਰਤੀ ਦੀ ਪੂਜਾ ਕਰਕੇ ਮਨ ਵੀ ਗ੍ਰੋਸ ਹੋ ਜਾਂਦਾ ਹੈ, ਸਟਲ ਤੋਂ, ਨਿਰਾਕਾਰ ਤੋਂ ਟੁੱਟ ਜਾਂਦਾ ਹੈ, ਨਿਰਾਕਾਰ ਤੋਂ ਟੁੱਟ ਕੇ ਸਾਕਾਰ ਵਿੱਚ ਹੀ ਰਹਿੰਦਾ ਹੈ, ਉਤਨਾ ਸਟਲਨੈਸ ਤੋਂ ਹਟਦਾ ਜਾਂਦਾ ਹੈ। ਇਸ ਕਰਕੇ ਮੂਰਤੀ ਦਾ ਧਿਆਨ ਜਾਂ ਮੂਰਤੀ ਵਿੱਚ ਰੱਬ ਗਿਣਨਾ ਜਾਂ ਮੂਰਤੀ ਨੂੰ ਨਿਰਾਕਾਰ ਰਾਮ ਜਾਣ ਲੈਣਾ ਕਿ ਰੱਬ ਇਹਦੇ ਚ ਵਸਦਾ ਹੈ, ਇਹ ਧੋਖਾ ਹੈ, ਆਪਣੇ ਆਪ ਨਾਲ ਧੋਖਾ ਹੈ। ਇਹ ਜਿਹੜੀ ਅਗਲੀ ਲਾਈਨ ਹੈ, ਇਹਨੂੰ ਮੈਨੂੰ ਕਈ ਸਾਲ ਲੱਗ ਗਏ ਇਹਦਾ ਭੇਦ ਨਿਕਲਣ, ਪਰ ਜਿੱਦਨ ਮੈਨੂੰ ਅਸਲ ਸਮਝ ਆਈ ਮੈਂ ਤੇ ਕਾਇਲ ਹੋ ਗਿਆ। ਅਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ, ਅਸਮਾਨ ਦਾ ਸੰਤਵਾਰ ਸਮਝ ਲਓ, ਉਹ ਅਸਥਾਨ ਸਮਝ ਲਓ ਜਿੱਥੇ ਨਿਰੰਕਾਰ ਰਹਿੰਦਾ ਹੈ, ਮਨ ਦੇ ਵਿੱਚ ਹੀ ਹੈ ਉਹ, ਮਨ ਦੇ ਜਿੱਥੇ ਮੈਂ ਨਹੀਂ ਆ ਉੱਥੇ ਹੈ। ਉਹ ਕਹਿੰਦੇ ਨੇ ਅਸਮਾਨ, ਅਸਮਾਨ ਸਿੰਬੋਲਿਕ ਕਿਵੇਂ ਹੈ? ਅਸਮਾਨ ਫਰੀडम ਦਾ ਸਿੰਬੋਲਿਜ਼ਮ ਹੈ, ਆਜ਼ਾਦੀ ਹੈ, ਲਿਮਿਟਲੈਸ ਹੈ, ਇਨਫਾਈਨਾਈਟ ਹੈ ਔਰ ਡੀਪ ਹੈ ਬੜਾ। ਬਲੂ ਕਲਰ ਕਈ ਵਾਰ ਪ੍ਰੇਮ ਨਾਲ ਐਸੋਸੀਏਟ ਹੁੰਦਾ ਹੈ, ਅਸਮਾਨ ਨੀਲਾ ਹੈ। ਅਸਮਾਨ ਮਿਆਨੇ, ਉੱਥੇ ਕਹਿੰਦੇ ਉਹਨੂੰ ਮਿਲੇਗਾ ਤੂੰ ਮਿਲ, ਉੱਥੇ ਰਹਿੰਦਾ ਉਹ ਅਸਮਾਨ ਮਿਆਨੇ। ਲਹਿੰਗ ਦਰਿਆ, ਕੀ ਰਹਿੰਦਾ? ਲਹਿੰਗ ਦਰਿਆ, ਇੱਕ ਦਰਿਆ ਰਹਿੰਦਾ ਉੱਥੇ ਅੰਤਰ ਮਨ ਵਿੱਚ। ਕਿਸ ਚੀਜ਼ ਦਾ ਦਰਿਆ ਹੈ? ਕਿਵੇਂ ਦਾ ਦਰਿਆ ਹੈ? ਆਨੰਦ ਦਾ ਦਰਿਆ ਹੈ, ਪ੍ਰੇਮ ਦਾ ਦਰਿਆ ਹੈ। ਕਹਿੰਦੇ ਨੇ ਇਹਦੇ ਚ ਡੁਬਕੀ ਲਗਾ ਲੈਣਾ, ਗੁਸਲ ਕਰ ਦਨਬੂਦ, ਕਰ ਇਹਦੇ ਚ ਇਸ਼ਨਾਨ ਭਾਈ, ਨਹਾ ਲੈ ਆਨੰਦ ਵਿੱਚ। ਕਿਸ ਤਰ੍ਹਾਂ ਨਹਾਵੇਂਗਾ? ਸਰੀਰ ਕਰਕੇ ਤਾਂ ਇਸ਼ਨਾਨ ਕਰਨਾ ਹੈ, ਸੁਰਤ ਨੂੰ ਡੁਬਾਵਾਂਗੇ। ਇਕਾਗਰ ਸੁਰਤ ਅਸੀਂ ਕੋਈ ਸਾਨੂੰ ਕਿਰਪਾ ਗੁਰੂ ਕਰ ਦੇ, ਮਨ ਦੀ ਇਕਾਗਰਤਾ ਬਖਸ਼ ਦੇ, ਤਾਂ ਅਸੀਂ ਵੀ ਇਸ ਲਹਿੰਗ ਦਰਿਆ ਵਿੱਚ ਕਦੇ ਆਪਣੇ ਮਨ ਨੂੰ ਡੁਬਾ ਕੇ ਆਨੰਦ ਹੋ ਜਾਵਾਂਗੇ। ਬਾਹਰ ਦਾ ਆਨੰਦ ਲੱਭਣਾ ਨਹੀਂ, ਫਿਰ ਕੋਈ ਲੋੜ ਨਹੀਂ ਲੱਭਣ ਦੀ। ਅਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰ ਦਨਬੂਦ,
ਵਾਹ ਮਹਾਰਾਜ ਵਾਹ। ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਕਿਤੇ ਇਹ ਬਖਸ਼ ਦੇਣ ਅਵਸਥਾ, ਕਿਤੇ ਕਮਾਈ ਦਾ ਮੌਕਾ ਦੇਣ, ਅਰਦਾਸ ਕਰੀਏ ਕਿ ਬੈਠੀਏ ਤੇ ਆਨੰਦ ਵਿੱਚ ਹੋ ਜਾਈਏ। ਇਸ ਦੇ ਨਾਲੋਂ ਕੋਈ ਹੋਰ ਪਾਵਰਫੁਲ ਪਰਸਨ ਨਹੀਂ ਹੋ ਸਕਦਾ। ਇਹਨੂੰ ਵਿਚਾਰਨਾ ਆਪ। ਸਾਰੀ ਵੈਲਥ, ਸਾਰੀ ਪਾਵਰ, ਸਾਰੀ ਸੀਕਿੰਗ ਦੁਨੀਆ ਦੀ ਕਿਸ ਵਾਸਤੇ ਹੈ? ਵੈਲਥ ਦਾ ਵੀ, ਪੈਸੇ ਦਾ ਵੀ ਇੱਕ ਸਿੰਬੋਲਿਕ ਮੀਨਿੰਗ ਕੀ ਹੈ? ਆਜ਼ਾਦੀ ਨਾਲ ਰਿਲੇਟਡ ਹੈ ਕਿ ਜਦ ਮੇਰੇ ਕੋਲ ਸਾਰਾ ਪੈਸਾ ਹੋਏਗਾ, ਜੋ ਮੈਂ ਚਾਹਾਂਗਾ ਕਰ ਲਵਾਂਗਾ, ਜੋ ਮੈਂ ਚਾਹਾਂਗਾ ਖਰੀਦ ਲਵਾਂਗਾ, ਜੋ ਜਿਸ ਨੂੰ ਨੌਕਰ ਚਾਹਾਂਗਾ ਰੱਖ ਲਵਾਂਗਾ, ਜੋ ਮੈਂ ਪਦਾਰਥ ਕਰਕੇ ਸੁੱਖ ਚਾਹਾਂਗਾ ਸਾਰੇ ਲੈ ਲਵਾਂਗਾ, ਬਿਮਾਰ ਹੋਵਾਂਗਾ ਤਾਂ ਬਹੁਤ ਪੈਸੇ ਹੋਣਗੇ ਮੇਰੇ ਕੋਲ। ਇਹ ਮੇਰੀ ਸੋਚ ਬਣ ਜਾਂਦੀ ਹੈ ਕਿ ਇਹ ਪੈਸਾ ਮੇਰੀ ਆਜ਼ਾਦੀ ਦਾ ਰਸਤਾ ਹੈ, ਮੇਰੇ ਆਨੰਦ ਦਾ ਵੀ ਰਸਤਾ ਹੈ, ਕਿਉਂਕਿ ਮੈਂ ਆਬਜੈਕਟਸ ਨੂੰ ਆਨੰਦ ਨਾਲ ਰਿਲੇਟ ਕਰ ਦਿੰਦਾ, ਆਬਜੈਕਟਸ ਨੂੰ ਖੁਸ਼ੀ ਨਾਲ ਰਿਲੇਟ ਕਰ ਦਿੰਦਾ। ਜਦ ਕਿ ਉਸ ਦਿਨ ਅਸੀਂ ਵਿਚਾਰਿਆ ਸੀ ਕਿ ਅੰਤਰ ਦੇ ਆਨੰਦ ਦੀ ਹੀ ਰਿਫਲੈਕਸ਼ਨ ਹੈ ਜਿਹੜੀ ਬਾਹਰ ਆ ਰਹੀ। ਮੈਂ ਸਾਰੀ ਦੁਨੀਆ ਦਾ ਰਾਜ ਮੈਨੂੰ ਮਿਲ ਜਾਏ, ਕਾਹਦੇ ਵਾਸਤੇ ਮੈਂ ਲੱਭਾਂਗਾ? ਮੈਂ ਕਹਾਂਗਾ ਕਿਉਂਕਿ ਮੈਨੂੰ ਰਾਜ ਮਿਲ ਗਿਆ, ਜੋ ਚਾਹਾਂਗਾ ਹੁਕਮ ਕਰ ਲਾਂਗਾ। ਸਰਬ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪਤ ਨਹੀਂ ਸੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜਾ ਦੁਖੀ ਹੈ, ਦੁੱਖਾਂ ਨਾਲ ਭਰਿਆ ਹੋਇਆ ਹੈ। ਸਿੰਬੋਲਿਕਲੀ ਸਮਝ ਲਈਏ ਕਿ ਰਾਜੇ ਦੀ ਡਿਮਾਂਡ ਘਟਦੀਆਂ ਨਹੀਂ ਹਨ, ਉਹਦੀ ਨੀਡ ਹੋਰ ਵੱਧਦੀਆਂ ਜਾਂਦੀਆਂ, ਉਹਦੀ ਵੀਕਨੈਸ ਹੋਰ ਵੱਧਦੀ ਜਾਂਦੀ ਹੈ। the more you have, the weaker you are। ਇਹਨੂੰ ਸਮਝ ਲਈਏ, ਕਿਉਂਕਿ ਸਾਨੂੰ ਹੁਣ ਉਸਨੂੰ, ਉਸ ਜਿਤਨਾ ਸਾਡੇ ਕੋਲ ਹੈ ਉਹਨੂੰ ਬਚਾਉਣ ਲਈ, ਉਹਨੂੰ ਰੋਕਣ ਲਈ, ਉਹਨੂੰ ਸਮਝਣ ਲਈ, ਉਹਨੂੰ ਸੇਫਗਾਰਡ ਕਰਨ ਲਈ ਸਾਡੇ ਜੀਵਨ ਦੀ ਸਾਰੀ એનર્ਜੀ ਲੱਗ ਜਾਏਗੀ। ਅਗਰ ਬਹੁਤ ਹੈ ਸਾਰੀ ਜੀਵਨ ਉਹਦੇ 'ਚ ਹੀ ਲੱਗ ਜਾਣਾ, ਤਾਂ ਪੂਰੇ ਜੀਵਨ ਦਾ ਰਸ ਜਿਹੜਾ ਹੈ ਇੱਕ ਚੀਜ਼ ਨਾਲ ਜੁੜ ਗਿਆ, ਜਿਹੜੀ ਚੀਜ਼ ਸਮੇਂ ਨਾਲ ਖਤਮ ਹੋ ਜਾਣੀ ਹੈ। ਇਹ ਹੁਣ ਨਰਕ ਦੀ ਤਿਆਰੀ ਹੈ। ਹੁਣ ਇਨਸਾਨ ਜਿੰਦੇ ਜੀ ਤਾਂ ਦੁਖੀ ਹੈ ਹੀ ਹੈ, ਕਿਉਂਕਿ ਕਲਪਦਾ ਰਹੇਗਾ ਵੀ ਮੇਰਾ ਇਹ ਪੈਸਾ ਕਦੋਂ ਜਾਣਾ ਹੈ, ਚਲੇ ਨਾ ਜਾਏ, ਫਿਕਰ ਵਿੱਚ ਰਹੇਗਾ, ਚਿੰਤਾ ਵਿੱਚ ਰਹੇਗਾ। ਔਰ ਜਦੋਂ ਜਾਏਗਾ, ਜਿੰਦੇ ਜੀ ਚਲਾ ਜਾਏ, ਤਾਂ ਮੈਂ ਸਮਝਦਾ ਇਟਸ ਈਵਨ ਬੈਟਰ। ਜਦੋਂ ਜਾਏਗਾ ਤੇ ਸਮਝ ਆਏਗਾ ਤੇ ਜੀਵਨ ਸੀ ਹੀ ਨਹੀਂ ਹੈ, ਤੇ ਮੇਰਾ ਸੁੱਖ ਦਾ ਕਾਰਨ ਹੀ ਨਹੀਂ ਸੀ। ਤਾਂ ਮਹਾਰਾਜ ਦੱਸਦੇ ਹੈ ਕਿ ਇੱਕ ਆਨੰਦ ਤੇਰੇ ਅੰਦਰ ਹੈ। ਇਹ ਦਰਅਸਲ ਸਾਰੀ ਖੇਡ ਹੁਣ ਇਹ ਆ ਜਾਂਦੀ ਹੈ ਕਿ ਮੈਂ ਇਸ ਸ਼ਬਦ ਦੀ ਕਮਾਈ ਆਪਣੇ ਜੀਵਨ ਵਿੱਚ ਕਿਵੇਂ ਉਤਾਰਾਂਗਾ, ਮੇਰੀ ਕੁਆਲਿਟੀ ਆਫ ਲਾਈਫ ਕਿਵੇਂ ਬਦਲੇਗੀ ਕਿ ਮੈਂ ਇਸ ਆਨੰਦ ਨੂੰ ਖੋਲਣ ਦੇ ਵਿੱਚ ਆਪਣੀ એનર્ਜੀ ਕਮਿਟ ਕਰਾਂ। ਮੇਰੀ ਨਿਤ ਦੀ ਅਰਦਾਸ ਗੁਰੂ ਸਾਹਿਬ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਅੱਗੇ ਇਹ ਹੋਏ, ਦਰਸ਼ਨ ਦੀਜੇ ਖੋਲ ਕਿਵਾੜ, ਦਰਵਾਜੇ ਖੋਲ ਦਿਓ ਮੇਰੇ, ਦਰ ਮਾਂਡੇ ਠਾਂਡੇ ਦਰਬਾਰ, ਮੰਗੋ ਦਾਨ ਠਾਕੁਰ ਨਾਮ। ਤਾਂ ਇਹ ਜਿਹੜੀ ਸਾਡੀ ਸੰਗਤ ਹੈ, ਅਸੀਂ ਜਿਹੜਾ ਬੈਠਦੇ ਹਾਂ, ਇਹਦਾ ਮੈਨੂੰ ਲਾਭ ਹੈ ਕਿ ਮੈਂ ਆਪਣੇ ਜੀਵਨ ਨੂੰ ਬਦਲ ਲਵਾਂ, ਤੁਸੀਂ ਆਪਣੇ ਨੂੰ ਬਦਲ ਲਵੋ। ਜਾਂ ਫਿਰ ਮੇਰੀ ਫੀਲਿੰਗ ਹੈ ਕਿ ਮੈਂ ਨਹੀਂ, ਜੀਵਨ ਕੁਝ ਹੋਰ ਹੈ, ਫਿਰ ਉਹ ਐਕਸਪੀਰੀਅੰਸ ਕਰਨਾ ਜ਼ਰੂਰੀ ਹੈ। ਫਿਰ ਉਹ ਪੈਸ਼ਨ ਨਾਲ, ਜੋ ਦੁੱਖ ਆਏਗਾ ਉਸ ਵੇਲੇ ਦੁੱਖ ਨੂੰ ਇਗਨੋਰ ਨਾ ਕਰੀਏ, ਉੱਥੋਂ ਦੁੱਖ ਤੋਂ ਸਿੱਖੀਏ ਕਿ ਅਸੀਂ ਕੁਝ ਗਲਤ ਸਮਝ ਲਿਆ। ਦੁੱਖ ਤਾਂ ਉਹਨੂੰ ਵੀ ਆਉਂਦਾ ਜਿਹੜਾ ਨਾਮ ਅਭਿਆਸ ਕਰਦਾ ਹੈ, ਪਰ ਨਾਮ ਅਭਿਆਸ ਦਾ ਬੈਲੈਂਸ ਇੰਨਾ ਹੁੰਦਾ ਹੈ ਕਿ ਉਹ ਬਫਰ ਹੋ ਜਾਂਦਾ ਹੈ। ਇਸ ਤਰ੍ਹਾਂ ਨਹੀਂ ਕਿ ਗੁਰੂ ਸਾਹਿਬ ਨੂੰ ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ ਮੋਹ ਨਹੀਂ ਸੀ, ਮੋਹ ਤਾਂ ਸੀ, ਪਰ ਉੱਥੇ ਤਾਂ ਕੁਆਲਿਟੀ ਆਫ ਲਾਈਫ ਦਾ ਬਹੁਤ ਫਰਕ ਹੈ, ਕਿਉਂਕਿ ਇੱਕ ਤਾਂ ਕਾਲ ਰਹਿਤ ਜੀਵਨ ਹੈ, ਇਸ ਕਰਕੇ ਸਰੀਰ ਸਿਰਫ ਸਰੀਰ ਤੱਕ ਸੀਮਿਤ ਨਹੀਂ ਹੈ। ਉਹ ਅਟੈਚਮੈਂਟ, ਉਹ ਰਿਐਲਿਟੀ ਸਰੀਰ ਤੋਂ ਵੀ ਪਰੇ ਹੈ, ਸਾਡੀ ਨਹੀਂ ਹੈ, ਕਿਉਂਕਿ ਸਾਨੂੰ ਸਿਰਫ ਜੀਵਨ ਉਹ ਜਾਣਿਆ ਅਸੀਂ ਜੋ ਸਰੀਰ ਦੇ ਨਾਲ ਹੀ ਵਸਤੂਆਂ, ਇੰਦਰੀਆਂ ਦੇ ਨਾਲ ਹੀ ਜੋ ਮਾਇਆ ਹੈ, ਜਿਸ ਨੂੰ ਮਾਇਆ ਕਹਿ, ਜਿਹੜਾ ਸਾਡਾ ਵਿਘਨ ਬਣ ਗਏ, ਹੁਣ ਜਿਹੜਾ ਕੂੜ ਦੀ ਪਾਲ ਬਣ ਗਈ, ਈਗੋ ਖੜੀ ਹੋ ਗਈ, ਜਿੱਥੇ ਮੈਂ ਆ ਗਿਆ। ਅਸਮਾਨ ਮਿਆਨੇ ਲਹਿੰਗ ਦਰਿਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸ਼ਮ। ਲਾਈਫ ਸਿੰਪਲ ਰੱਖੀਏ, ਕਹਿੰਦੇ ਨੇ ਕਿ ਆਪਣੇ ਆਪ ਨੂੰ ਡਿਫਾਈਨ ਇਸ ਤਰ੍ਹਾਂ ਕਰ ਲੈ ਕਿ ਤੇਰੀ ਪ੍ਰਾਇੋਰਟੀਜ਼ ਜਿਹੜੀਆਂ ਨੇ ਉਹ ਇਸ ਰਿਐਲਿਟੀ ਵੱਲ એનર્ਜੀ ਫਲੋ ਕਰੇ। ਇਹ ਉਹ ਸਮਝਾਉਂਦੇ, ਕਰ ਫਕਰ ਦਾਇਮ, ਫਕੀਰੀ, ਫਕੀਰੀ ਮਤਲਬ ਲਾਈਫ ਦਾ ਬੈਲੈਂਸ, એનર્ਜੀ। ਆਈ ਪੁੱਟ ਮੋਸਟ ਆਫ ਮਾਈ એનર્ਜੀਜ਼ ਟੂ ਦ ਰੀਅਲ ਇਸ਼ੂਜ਼ ਆਫ ਲਾਈਫ। ਜਿਹੜੇ ਕਾਰਜ ਦੀ ਗੱਲ ਅਸੀਂ ਕੀਤੀ ਕਿ ਕਾਰਜ ਕੀ ਨੇ, ਬੜੀ ਪਿਆਰੀ ਸਟੋਰੀ ਹੈ ਬੱਚੇ ਔਰ ਉਹਦੇ ਫਾਦਰ ਦੀ, ਪੁਰਾਤਨ ਕਥਾ ਹੈ। ਉਹ ਪਿਤਾ ਆਪਣੇ ਬੱਚੇ ਨੂੰ ਪੜ੍ਹਨ ਲਈ ਭੇਜਦਾ, ਕਈ ਸਾਲ ਉਹ ਗੁਰੂਕੁਲ ਚ ਰਹਿੰਦਾ, ਫਿਰ ਵਾਪਸ ਆਉਂਦਾ ਤੇ ਉਹਨੂੰ ਪੁੱਛਦਾ ਕਿ ਕੀ ਸਿੱਖ ਕੇ ਆਇਆ, ਤੇ ਉਹ ਸੁਣਾਉਂਦਾ ਕਿ ਜੀ ਮੈਂ ਅੱਖਰ ਸਿੱਖੇ, ਫਲਾਣਾ ਸਿੱਖਿਆ, ਗਣਿਤ ਸਿੱਖੀ, ਸ਼ਾਸਤਰ ਗਿਆਨ ਸਿੱਖਿਆ, ਫਲਾਣਾ ਸਿੱਖਿਆ, ਸਾਰੀ ਉਹ ਲਿਸਟ ਬਣਾਉਂਦਾ ਉਹਨੂੰ। ਪਿਤਾ ਕਹਿੰਦਾ ਬੇਟਾ ਤੂੰ ਵਾਪਸ ਜਾ। ਕਹਿੰਦਾ ਜੀ ਕਿਉਂ? ਕਹਿੰਦਾ ਤੂੰ ਸਿੱਖ ਕੇ ਨਹੀਂ ਆਇਆ। ਤਾਂ ਉਹ ਪੁੱਛਦਾ ਜੀ ਕਿਹੜੀ ਚੀਜ਼ ਨਹੀਂ ਮੈਂ ਸਿੱਖੀ? ਤਾਂ ਪਿਤਾ ਕਹਿੰਦਾ
that cannot which cannot be taught। ਤੋ ਸਿੱਖ ਕੇ ਉਹ ਆਉਣਾ ਸੀ ਕਿ ਜੀਵਨ ਹੈ ਕੀ। ਉਹ ਮੈਨੂੰ ਹੋਰ ਕੋਈ ਨਹੀਂ ਸਿਖਾ ਸਕਦਾ, ਉਹ ਮੈਂ ਆਪਣੇ ਐਕਸਪੀਰੀਅੰਸ ਤੋਂ ਹੀ ਸਿੱਖ ਸਕਦਾ। ਮੈਂ ਹਜ਼ਾਰਾਂ ਲੈਕਚਰ ਸੁਣ ਲਵਾਂ, ਕਰੋੜਾਂ ਲੈਕਚਰ ਸੁਣ ਲਵਾਂ, ਜਦ ਤੱਕ ਮੈਂ ਆਪਣਾ ਐਕਸਪੀਰੀਅੰਸ ਨਹੀਂ ਬਣਾਵਾਂਗਾ ਉਹਨਾਂ ਨੂੰ, ਜਦ ਤੱਕ ਮੈਂ ਉਸ એનર્ਜੀ ਨੂੰ ਵਰਤ ਕੇ ਆਪਣੇ ਅੰਤਰ ਵਿੱਚ ਚੇਂਜ ਨਹੀਂ ਲਿਆਵਾਂਗਾ, ਤਾਂ ਮੈਂ ਕੁਝ ਵੀ ਨਹੀਂ ਸਿੱਖਿਆ। ਹੁਣ ਇੰਨੇ ਲੱਖਾਂ ਘੰਟੇ ਰਜਨੀਸ਼ ਆਚਾਰਿਆ ਬੋਲ ਗਏ, ਇਤਨੇ ਹੋਰ ਲੋਕ ਬੋਲਦੇ ਆ, ਇਤਨੇ ਗਿਆਨ ਦੇ ਲੈਕਚਰ ਹੁੰਦੇ ਆ, ਕਿੰਨਾ ਕੁ ਫਰਕ ਪੈਂਦਾ ਹੈ। ਕਿਹੜੇ ਅਸਲ ਲੋਕ ਨੇ ਜਿਹੜੇ ਉਹਦੇ ਨਾਲ ਬਦਲਦੇ ਹੈ, ਉਹ ਮੈਟਰ ਕਰਦਾ ਹੈ। ਤਾਂ ਅਸੀਂ ਸ਼ਬਦ ਦਾ, ਇੱਕ ਵੀ ਸ਼ਬਦ ਦਾ ਪੂਰਨ ਰੂਪ ਵਿੱਚ ਸਾਥ ਕਰ ਲਈਏ, ਸਾਡਾ ਜੀਵਨ ਪਲਟ ਜੇ। ਗੁਰੂ ਸਾਡੇ ਜੀਵਨ ਚ ਉਤਰ ਆਏ, ਕਹਿੰਦੇ ਨੇ ਕਰ ਫਕਰ ਦਾਇਮ ਲਾਏ ਚਸ਼ਮੇ। ਕਹਿੰਦੇ ਨਹੀਂ ਦਿਖਦਾ ਰੱਬ, ਤਾਂ ਜਦੋਂ ਜੀਵਨ ਦੇ ਵਿੱਚ એનર્ਜੀ ਕਮਿਟ ਹੋਏਗੀ ਰੀਅਲ ਇਸ਼ੂਜ਼ ਨੂੰ, ਰੀਅਲ ਇਸ਼ੂਜ਼ ਨੂੰ ਜਦ ਅਸੀਂ ਫੋਕਸ ਕਰਾਂਗੇ ਕਿ ਕਿਹੜੇ ਜੀਵਨ ਦੇ ਰੀਅਲ ਇਸ਼ੂਜ਼ ਨੇ, ਤਾਂ ਕਹਿੰਦੇ ਨੇ ਜੇ ਜਹ ਤਹਾਂ ਮੌਜੂਦ, ਉਹ ਤਾਂ ਫਿਰ ਹਰ ਜਗ੍ਹਾ ਮੌਜੂਦ ਦਿਖੇਗਾ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਦਿਖੇਗਾ। ਅੱਲਾਹ ਪਾਕ ਹੈ, ਸ਼ੱਕ ਕਰੋ। ਫਿਰ ਕਹਿੰਦੇ ਨੇ ਜਦੋਂ ਸਭ ਜਗ੍ਹਾ ਦਿਖ ਗਿਆ, ਫਿਰ ਤਾਂ ਕੋਈ ਸ਼ੱਕ ਨਹੀਂ ਰਿਹਾ ਨਾ, ਇੱਕੋ ਹੀ ਹੈ। ਸ਼ੱਕ ਕਰੋ ਜੇ ਦੂਸਰ ਹੋਏ। ਅਗਰ ਕੋਈ ਦੂਜਾ ਹੁੰਦਾ ਤਾਂ ਤੇ ਮੈਂ ਸ਼ੱਕ ਕਰਦਾ, ਉਹ ਤਾਂ ਕਹਿੰਦੇ ਹੈ ਹੀ ਇੱਕੋ। ਇੱਥੇ ਜਦੋਂ ਮੈਂ ਨਾਮ ਵਿੱਚ ਲੀਨ ਹੋ ਜਾਂਦਾ, ਮੈਂ ਇੱਕੋ ਹੀ ਜਾਣਦਾ, ਫਿਰ ਦੂਜਾ ਨਹੀਂ ਜਾਣਦਾ। ਉਸ ਵੇਲੇ ਨਾਮ ਹੀ ਰਹਿੰਦਾ ਮੇਰੇ ਸਾਹਮਣੇ, ਉਸ ਵੇਲੇ ਨਾਮ ਦੇ ਪ੍ਰੇਮ ਵਿੱਚ ਹੀ ਮੈਂ ਰੰਗਿਆ ਜਾਂਦਾ। ਕਹਿੰਦੇ ਨੇ ਕਬੀਰ ਕਰਮ ਕਰੀਮ ਕਾ, ਇਹ ਉਹਦਾ ਕਰਮ ਹੈ, ਉਹਦੀ ਕਿਰਪਾ ਹੈ। ਕਬੀਰ ਕਰਮ ਕਰੀਮ ਕਾ, ਉਸ ਨਿਰੰਕਾਰ ਦਾ ਕਰਮ ਹੈ, ਉਹਦੀ ਕਿਰਪਾ ਹੈ। ਉਹ ਕਰੇ ਜਾਣੇ ਸੋਏ, ਉਹੀ ਜਾਣਦਾ ਹੈ, ਉਹੀ ਕਰਦਾ ਹੈ। ਪਰ ਉਹ ਸਾਡੇ ਤੋਂ ਕਿਤੇ ਦੂਰ ਨਹੀਂ ਹੈ, ਉਹ ਸਾਡੀ ਇਨਰ ਰਿਐਲਿਟੀ ਦੇ ਵਿੱਚ ਐਕਸਪੀਰੀਅੰਸ ਅਵੇਲੇਬਲ ਹੈ। ਇਹ ਸਾਨੂੰ ਭਗਤ ਕਬੀਰ ਕਿੰਨੇ ਪ੍ਰੇਮ ਨਾਲ, ਕਿਵੇਂ ਗਹਿਨ ਰੂਪ ਵਿੱਚ ਸਮਝਾ ਰਹੇ ਨੇ। ਹੁਣ ਇਹ ਜਿਹੜਾ ਦਰਿਆ ਵਹਿੰਦਾ ਹੈ ਆਨੰਦ ਦਾ, ਅਗਰ ਇਹ ਮੈਨੂੰ ਕਿਧਰੇ ਮਿਲ ਜਾਏ, ਕਿਧਰੇ ਖੁੱਲ ਜਾਏ ਮੇਰੇ ਨਾਲ, ਤਾਂ ਮੇਰਾ ਲਾਈਫ ਕਿਵੇਂ ਬਦਲ ਜਾਏਗੀ। ਅੱਜ ਦਾ ਇੰਨਾ ਸ਼ਬਦ ਦੀ ਵਿਚਾਰ ਪ੍ਰਵਾਨ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਦੇਣਾ ਮਹਾਰਾਜ।